ਲਾਈਨ ਤੇ ਲੈ ਕੇ ਆਏ ਨੇ ਟਰੱਕ ਐਂਡ ਟ੍ਰੇਲਰ ਰਿਪੇਅਰ ਸ਼ਾਪ ਇੰਟਰਸਟੇਟ 81 ਦੇ ਐਗਜ਼ਿਟ 323 ਆਪੋਜ਼ਿਟ ਫਲਾਈਂਗ ਜੇ ਟਰੱਕ ਸ਼ਾਪ, ਜਿੱਥੇ ਟਰੱਕਾਂ ਦੀ ਹਰ ਤਰ੍ਹਾਂ ਦੀ ਤਸੱਲੀ ਬਖਸ਼ ਮੁਰੰਮਤ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਪਾਰਕਿੰਗ ਤੇ ਆਫਿਸ ਸਪੇਸ ਵੀ ਹੈ ਉਪਲਬਧ। ਪੂਰੀ ਰਾਤ ਹਫਤਾਵਾਰ ਜਾਂ ਮਹੀਨਾਵਾਰ ਪਾਰਕਿੰਗ ਅਤੇ ਟਰੱਕ ਰਿਪੇਅਰ ਲਈ ਜ਼ਰੂਰ ਆਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 6812600050। ਸ਼ਮਾਦਾਨ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਸਵਾਗਤ ਹੈ ਜੀ ਰੇਡੀਓ ਪੰਜਾਬ ਟੂਡੇ ਦੇ ਚਰਚਿਤ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ। ਮੈਂ ਦਲਬੀਰ ਬਰਾੜ ਤੇ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਜੀ ਢਿੱਲੋਂ। ਢਿੱਲੋਂ ਸਾਹਿਬ ਸਵਾਗਤ ਹੈ ਜੀ ਪ੍ਰੋਗਰਾਮ ਸ਼ਮਾਦਾਨ 'ਚ। ਸ਼ੁਕਰੀਆ, ਮਿਹਰਬਾਨੀ ਦਲਬੀਰ ਜੀ। ਢਿੱਲੋਂ ਸਾਹਿਬ, ਰੁੱਖ ਕਰਦੇ ਆ ਗੁਜਰਾਤ ਦਾ। ਸੁਪਰੀਮ ਕੋਰਟ ਦਾ ਗੁਜਰਾਤ ਸਰਕਾਰ ਨੂੰ ਇੱਕ ਸਵਾਲ ਆ ਕਿ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਕਿਉਂ ਛੱਡਿਆ ਗਿਆ। ਮਾਣਯੋਗ ਅਦਾਲਤ ਨੂੰ ਇਹ ਕਿਉਂ ਕਹਿਣਾ ਪਿਆ? ਕੱਲਾ ਮਾਨਯੋਗ ਅਦਾਲਤ ਨੇ ਸਵਾਲ ਹੀ ਨਹੀਂ ਪੁੱਛਿਆ ਕਿ ਤੁਸੀਂ ਬਿਲਕਿਸ ਬਾਨੋ ਦੇ ਕਾਤਲਾਂ ਨੂੰ ਛੱਡਿਆ ਕਿਉਂ ਹੈ ਜੀ, ਸਗੋਂ ਮਾਨਯੋਗ ਸੁਪਰੀਮ ਕੋਰਟ ਨੇ ਗੁਜਰਾਤ ਸਰਕਾਰ ਦੀ ਝਾੜ ਝੰਬ ਵੀ ਕੀਤੀ ਹੈ ਜੀ। ਕਿਉਂ ਕੀਤੀ ਹੈ? ਪਹਿਲਾਂ ਥੋੜ੍ਹਾ ਜਿਹਾ ਆਪਾਂ ਨੂੰ ਜਾਣਾ ਪੈਣਾ ਕਿ ਬਿਲਕਿਸ ਬਾਨੋ ਵਾਲਾ ਕੇਸ ਕੀ ਹੈ ਜੀ। ਕੇਸ ਜਿਹੜਾ ਹੈਗਾ ਬਹੁਤ ਪੁਰਾਣਾ ਹੈ। 2002 ਦੇ ਵਿੱਚ 27 ਫਰਵਰੀ 2002 ਨੂੰ ਜੀ ਇੱਕ ਟ੍ਰੇਨ ਗੋਧਰਾ ਦੇ ਰੇਲਵੇ ਸਟੇਸ਼ਨ ਤੇ ਆ ਕੇ ਰੁਕਦੀ ਹੈ ਜੀ। ਉਹਨੂੰ ਅੱਗ ਲੱਗ ਜਾਂਦੀ ਹੈ। ਉਹਦੇ ਵਿੱਚ ਕੁਝ ਕਾਰ ਸੇਵਕ ਹੁੰਦੇ ਤੇ 57 ਕਾਰ ਸੇਵਕਾਂ ਦੀ ਮੌਤ ਹੋ ਜਾਂਦੀ ਹੈ ਜੀ। ਅਗਲੇ ਦਿਨ 28 ਫਰਵਰੀ ਨੂੰ ਫਿਰ ਦੰਗੇ ਸ਼ੁਰੂ ਹੋ ਜਾਂਦੇ। ਦੰਗੇ ਜਦੋਂ ਸ਼ੁਰੂ ਹੁੰਦੇ ਤੇ ਬਹੁਤ ਸਾਰੇ ਮੁਸਲਿਮ ਪਰਿਵਾਰ ਆ ਜਿਹੜੇ ਆਪਣੇ ਘਰਾਂ ਨੂੰ ਛੱਡ ਕੇ ਭੱਜ ਜਾਂਦੇ ਜੀ। ਬਿਲਕਿਸ ਬਾਨੋ ਦਾ ਪਰਿਵਾਰ ਤੇ ਉਹਨਾਂ ਦਾ ਕਬੀਲਾ ਵੀ ਆਪਣੇ ਘਰ ਛੱਡ ਕੇ ਜੋ ਵੀ ਉਹਨਾਂ ਨੂੰ ਸਾਧਨ ਮਿਲਿਆ ਉਸ ਸਾਧਨ ਦੇ ਉੱਤੇ ਚੱਲ ਪਏ ਜੀ। 3 ਮਾਰਚ 2002 ਨੂੰ ਰਸਤੇ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਘੇਰਿਆ ਜਾਂਦਾ ਹੈ ਜੀ। ਘੇਰਨ ਤੋਂ ਬਾਅਦ ਉਹਨਾਂ ਨੂੰ ਬਹੁਤ ਬੇਦਰਦੀ ਨਾਲ ਉਹਨਾਂ ਨੂੰ ਕੁਟਾਪਾ ਚੜ੍ਹਿਆ ਜਾਂਦਾ ਹੈ। 5 ਔਰਤਾਂ ਉਹਦੇ ਵਿੱਚ ਹੁੰਦੀਆਂ ਉਸ ਕਾਫਲੇ ਦੇ ਵਿੱਚ। ਬਿਲਕਿਸ ਬਾਨੋ ਜਿਹੜੀ 3-4 ਮਹੀਨਿਆਂ ਦੀ ਗਰਭਵਤੀ ਸੀ, ਉਹ 20 ਸਾਲ ਦੀ ਉਹਦੀ ਉਮਰ ਸੀ, ਉਹਦੀ ਮਾਂ ਤੇ 3 ਔਰਤਾਂ ਹੋਰ ਜਿਹੜੀਆਂ ਰਿਸ਼ਤੇ 'ਚ ਉਹਦੀਆਂ ਭੈਣਾਂ ਲੱਗਦੀਆਂ ਸੀ ਜੀ। ਉਹਨਾਂ 5 ਨੂੰ ਮਤਲਬ ਜਿਹੜਾ ਹੈਗਾ ਗੈਂਗ ਰੇਪ ਕੀਤਾ ਉਹਨਾਂ ਦਾ ਜੀ। ਇਕੱਲਾ ਗੈਂਗ ਰੇਪ ਨਹੀਂ ਕੀਤਾ, ਬਿਲਕਿਸ ਬਾਨੋ ਦੀ ਛੋਟੀ ਜਿਹੀ ਬੱਚੀ ਸੀ ਗੋਦ ਚੱਕੀ ਹੋਈ, ਉਸ ਬੱਚੀ ਨੂੰ ਪਟਕਾ ਕੇ ਪੱਥਰ ਨਾਲ ਮਾਰਿਆ ਤੇ ਉਸ ਬੱਚੀ ਦੀ ਮੌਤ ਹੋ ਗਈ ਜੀ। ਟੋਟਲ 17 ਬੰਦੇ ਸੀ ਪਰਿਵਾਰ ਦੇ। 17 ਦੇ ਵਿੱਚੋਂ ਜਿਹੜੇ ਹੈਗੇ ਹੈ 7 ਬੰਦੇ ਕਤਲ ਹੋ ਗਏ, 6 ਬੰਦੇ ਲਾਪਤਾ ਹੋ ਗਏ। ਸਿਰਫ ਬਚੇ ਸੀ 2, ਇੱਕ ਬਿਲਕਿਸ ਬਾਨੋ ਤੇ ਇੱਕ ਬੱਚਾ ਜੀ। ਜਾਂ ਪੇਟ ਦੇ ਵਿੱਚ ਜਿਹੜੀ ਉਹਦੀ ਇੱਕ ਬੱਚੀ ਸੀ। ਉਹ ਅੱਜ ਕੱਲ੍ਹ ਬੱਚੀ ਜਿਹੜੀ ਹੈਗੀ ਕਾਫੀ ਜਵਾਨ ਹੋ ਗਈ ਹੈ ਜੀ। ਪੜ੍ਹਾਈ ਲਿਖਾਈ ਉਹਨੇ ਆਪਣੀ ਸਕੂਲੀ ਪੜ੍ਹਾਈ ਮੁਕੰਮਲ ਕਰ ਲਈ ਹੈ ਅਤੇ ਹੁਣ ਉਹਨੇ ਗ੍ਰੈਜੂਏਸ਼ਨ ਵਾਲੇ ਪਾਸੇ ਨੂੰ ਜਾ ਰਹੀ ਹੈ। ਉਹਦੀ ਮਨਸ਼ਾ ਹੈ ਕਿ ਉਹ ਵਕੀਲ ਬਣੇ ਅਤੇ ਆਪਣੀ ਮਾਂ ਦੇ ਜਿਹੜੇ ਹੈਗੇ ਦੋਸ਼ੀ ਉਹਨਾਂ ਨੂੰ ਸਜ਼ਾਵਾਂ ਦਵਾਵੇ ਜੀ। ਇਹ ਮੁਕੱਦਮਾ ਜਿਹੜਾ ਸੀ 2004 ਦੇ ਵਿੱਚ ਦਰਜ ਹੁੰਦਾ ਹੈ, ਬੰਦੇ ਗ੍ਰਿਫਤਾਰ ਹੁੰਦੇ ਹੈ। 2004 ਦੇ ਵਿੱਚ ਹੀ ਇਹ ਮਾਮਲਾ ਜਿਹੜਾ ਹੈਗਾ CBI ਕੋਰਟ ਮੁੰਬਈ ਜਾਂ ਬੰਬੇ ਕਹਿ ਦਈਏ ਆਪਾਂ, ਉਹਨੂੰ ਰੈਫਰ ਹੋ ਜਾਂਦਾ, ਟਰਾਂਸਫਰ ਹੋ ਜਾਂਦਾ ਜੀ। ਉੱਥੇ ਦੇ ਤੇ ਸੁਣਵਾਈ ਹੁੰਦੀ ਹੈ। ਸੁਣਵਾਈ ਤੋਂ ਬਾਅਦ 11 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋ ਜਾਂਦੀ ਹੈ ਜੀ। ਉਮਰ ਕੈਦ ਦੀ ਸਜ਼ਾ ਤੋਂ ਬਾਅਦ ਫਿਰ ਉਹ ਹਾਈ ਕੋਰਟ 'ਚ ਅਪੀਲ ਕਰਦੇ ਹੈ। ਉਹਨਾਂ ਦੀ ਜਿਹੜੀ ਹੈ ਉਮਰ ਕੈਦ ਫਿਰ ਰਹਿ ਜਾਂਦੀ ਹੈ, ਟੁੱਟਦੀ ਨਹੀਂ ਜੀ। ਕੁਝ ਸਮਾਂ ਉਹਨਾਂ ਨੂੰ ਗੁਜਰਾਤ ਦੀਆਂ ਜੇਲ੍ਹਾਂ ਦੇ ਵਿੱਚ ਰੱਖਿਆ, ਫਿਰ ਉਹ ਮਹਾਰਾਸ਼ਟਰ ਦੀਆਂ ਜੇਲ੍ਹਾਂ 'ਚ ਰੱਖਿਆ, ਫਿਰ ਉਹ ਗੁਜਰਾਤ ਆ ਗਏ। ਗੁਜਰਾਤ ਤੋਂ ਬਾਅਦ ਹੁਣ ਪਿੱਛੇ ਜਿਹੇ ਤੱਕ ਉਹ ਗੋਧਰਾ ਦੀ ਸਬ ਜੇਲ੍ਹ ਹੈ ਜਿਹੜੀ, ਉੱਥੇ ਉਹਨਾਂ ਨੂੰ ਰੱਖਿਆ ਗਿਆ ਸੀ ਜੀ। 15 ਅਗਸਤ 2047 ਨੂੰ 15 ਅਗਸਤ 2022 ਨੂੰ ਜੀ। 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਉਹਦੀ ਹਰ ਵਰ੍ਹੇਗੰਢ ਜਦੋਂ ਆਉਂਦੀ ਹੈ ਤੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਕੋਈ ਵੀ ਹੋਣ, ਉਹ ਲਾਲ ਕਿਲ੍ਹੇ ਦੀ ਫਸੀਲ ਤੋਂ ਆਪਣੇ ਦੇਸ਼ ਨੂੰ ਸੰਬੋਧਨ ਕਰਦੇ ਹੈ ਜੀ। ਸਾਡੇ ਪ੍ਰਧਾਨ ਮੰਤਰੀ ਸਾਹਿਬ ਮਾਣਯੋਗ ਨਰਿੰਦਰ ਮੋਦੀ ਜੀ ਜੀ। 15 ਅਗਸਤ 2022 ਨੂੰ ਜਦੋਂ ਲਾਲ ਕਿਲ੍ਹੇ ਦੀ ਫਸੀਲ ਤੋਂ ਐਡਰੈਸ ਕਰ ਰਹੇ ਸੀ ਕੌਮ ਨੂੰ, ਬਹੁਤ ਗੱਲਾਂ ਉਹਨਾਂ ਨੇ ਕੀਤੀਆਂ ਦੇਸ਼ ਨੂੰ, ਪਰ ਉਹਨਾਂ ਨੇ ਇੱਕ ਸਿੱਖਿਆ ਦਾ ਇੱਕ ਗੱਲ ਕੀਤੀ ਕਿ ਅਸੀਂ ਲੋਕ ਔਰਤਾਂ ਦੀ ਕਦਰ ਨਹੀਂ ਕਰਦੇ ਤੇ ਔਰਤਾਂ ਦੀ ਕਦਰ ਹੋਣੀ ਚਾਹੀਦੀ ਹੈ ਜੀ। ਇੱਕ ਪਾਸੇ ਪ੍ਰਧਾਨ ਮੰਤਰੀ ਇਹ ਸੰਦੇਸ਼ ਦੇ ਰਿਹਾ ਕਿ ਔਰਤਾਂ ਦੀ ਕਦਰ ਹੋਣੀ ਚਾਹੀਦੀ ਹੈ, ਔਰਤਾਂ ਦਾ ਇੱਜ਼ਤ ਮਾਨ ਸਨਮਾਨ ਬਹਾਲ ਹੋਣਾ ਚਾਹੀਦਾ ਹੈ, ਹਰ ਇੱਕ ਨੂੰ ਚਾਹੀਦਾ ਕਿ ਉਹਨਾਂ ਨੂੰ ਸਤਿਕਾਰ ਦੇਵੇ। ਠੀਕ ਉਸੇ ਵੇਲੇ
ਜਿਹੜੇ ਇਹ 11 ਦੋਸ਼ੀ ਸੀ ਨਾ 11 ਦੋਸ਼ੀਆਂ ਨੂੰ ਗੋਧਰਾ ਦੀ ਸਬ ਜੇਲ੍ਹ ਦੇ ਵਿੱਚੋਂ ਰਿਹਾ ਕਰ ਦਿੱਤਾ ਜਾਂਦਾ। ਜੀ ਕਿਉਂ ਕੀਤਾ ਰਿਹਾ? ਕਹਿੰਦੇ ਜੀ ਉਹਨਾਂ ਦੇ ਵਿੱਚੋਂ ਇੱਕ ਜਾਣੇ ਨੇ ਕੋਈ ਅਪੀਲ ਪਾਈ ਸੀ ਕਿਸੇ ਅਦਾਲਤ 'ਚ, ਉੱਚ ਅਦਾਲਤ ਦੇ ਵਿੱਚ। ਉਹਨੇ ਕਿਹਾ ਸੀ ਜੀ ਮੈਂ ਕਾਫੀ ਸਾਰੀ ਜਿਹੜੀ ਕੈਦ ਕੱਟ ਲਈ ਹੈ ਅਤੇ ਮੈਨੂੰ ਚੰਗੇ ਚਾਲ ਚੱਲਣ ਕਰਕੇ ਮੈਨੂੰ ਰਿਹਾ ਕੀਤਾ ਜਾਵੇ। ਜੀ ਉਹਦੇ ਵਿੱਚ ਉਹਨਾਂ ਨੇ ਕਹਿ ਦਿੱਤਾ ਕਿ ਜੋ ਤੁਹਾਡੀ ਗੁਜਰਾਤ ਸਰਕਾਰ ਦੀ ਨੀਤੀ ਹੈ ਉਹਦੇ ਆਧਾਰ 'ਤੇ ਤੁਸੀਂ ਕਾਰਵਾਈ ਕਰ ਦਿਓ। ਫਿਰ ਇੱਕ ਕਮੇਟੀ ਬਣਦੀ ਹੈ। ਉਸ ਕਮੇਟੀ ਦੇ ਵਿੱਚ ਕੁਛ ਸਰਕਾਰੀ ਬੰਦੇ ਅਤੇ ਕੁਛ ਪ੍ਰਾਈਵੇਟ ਬੰਦੇ ਆ ਗਏ, ਜਿਵੇਂ ਇੱਕ MLA ਆ ਗਿਆ। ਉਹਨਾਂ ਨੇ ਜੀ ਫਿਰ ਉਹਨਾਂ ਨੂੰ ਕਿਹਾ ਕਿ ਇਹਨਾਂ ਦਾ ਚਾਲ ਚੱਲਣ ਬਹੁਤ ਅੱਛਾ ਹੈ, ਵੇਖੋ ਕਿੰਨਾ ਅੱਛਾ ਚਾਲ ਚੱਲਣਾ ਹੈ। ਜਿਨ੍ਹਾਂ ਨੇ ਮਤਲਬ ਬੰਦੇ ਮਾਰੇ, ਬੱਚੇ ਮਾਰੇ, ਔਰਤਾਂ ਨੂੰ ਗੈਂਗ ਰੇਪ ਕੀਤਾ, ਅਤੇ ਕਹਿੰਦੇ ਜੀ ਚਾਲ ਚੱਲਣ ਇਹਨਾਂ ਦਾ ਬਹੁਤ ਚੰਗਾ, ਅਤੇ ਫਿਰ ਇਹਨਾਂ ਨੂੰ ਆਪਾਂ ਰਿਹਾ ਕਰ ਦਈਏ। ਜੀ ਉਹਨਾਂ ਨੂੰ ਰਿਹਾ ਕਰਤਾ। ਰਿਹਾ ਹੋਣ ਵੇਲੇ ਉਹਨਾਂ ਨੂੰ ਹਾਰਾਂ ਦੇ ਨਾਲ ਬਾਹਰ ਲਿਆਂਦਾ ਗਿਆ। ਉਹਨਾਂ ਦੀਆਂ ਆਰਤੀਆਂ ਉਤਾਰੀਆਂ ਗਈਆਂ ਅਤੇ ਉਹਨਾਂ ਨੂੰ ਬਰਫੀਆਂ ਖਵਾਈਆਂ ਗਈਆਂ। ਇਹਦੇ ਨਾਲ ਫਿਰ ਮੈਨੂੰ ਜੇ ਆਪਾਂ ਦੇਖੀਏ ਜਿਹੜੇ ਹਾਲਾਤ ਕੀ ਹੋਣਗੇ ਉਦੋਂ ਬਿਲਕਿਸ ਬਾਨੋ ਅਤੇ ਜਿਹੜੇ ਹੋਰ ਪੀੜਤ ਹੈ। ਇਹ ਘੱਟ ਗਿਣਤੀਆਂ ਦੇ ਉੱਤੇ ਇਹੋ ਜਿਹੇ ਤਸ਼ੱਦਦ ਤੋਂ ਬਾਅਦ ਤੁਹਾਨੂੰ ਕੀ ਲੱਗਦਾ ਕਿ ਇਹ ਮੁਲਕ ਉਹਨਾਂ ਨੂੰ ਨਿਆਂ ਦੇਣ ਦੇ ਯੋਗ ਇਹ ਅਦਾਲਤਾਂ ਜੋ ਕੋਸ਼ਿਸ਼ ਕਰ ਰਹੀਆਂ ਉਹ ਉਤਰਦੀਆਂ ਪੂਰੀਆਂ? ਨਹੀਂ, ਉਹ ਅਦਾਲਤਾਂ ਵਾਲੇ ਮਾਮਲੇ 'ਚ ਆਉਣੇ। ਅਦਾਲਤਾਂ ਤਾਂ ਲੱਗੀਆਂ ਹੋਈਆਂ ਜੀ। ਅਦਾਲਤਾਂ ਨੂੰ ਆਪਾਂ ਬਿਲਕੁਲ ਦਰਗੁਜ਼ਰ ਨਹੀਂ ਕਰ ਸਕਦੇ ਕਿ ਅਦਾਲਤਾਂ ਕੁਝ ਨਹੀਂ ਕਰਦੀਆਂ। ਜੇ ਉਹਨਾਂ ਨੂੰ ਉਮਰ ਕੈਦ ਕੀਤੀ ਸੀ ਤਾਂ ਅਦਾਲਤਾਂ ਨੇ ਕੀਤੀ ਸੀ। ਜੀ ਜੇ ਉਹਨਾਂ ਨੂੰ ਛੱਡਿਆ ਤਾਂ ਉਹ ਜਿਹੜੀ ਹੈ ਸਟੇਟ ਗੌਰਮੈਂਟ ਨੇ ਛੱਡਿਆ, ਗੁਜਰਾਤ ਦੀ ਨੇ, ਜੀ, ਔਰ ਕੇਂਦਰ ਸਰਕਾਰ ਦੀ ਸਹਿਮਤੀ ਨਾਲ ਛੱਡਿਆ। ਜੀ। ਔਰ ਜੇ ਨਿਯਮਾਂ ਦੇ ਲਿਹਾਜ਼ ਨਾਲ ਦੇਖੀਏ ਤਾਂ ਉਹਨਾਂ ਦਾ ਫੈਸਲਾ ਇੱਥੇ ਨਹੀਂ ਸੀ ਹੋਣਾ ਚਾਹੀਦਾ ਗੁਜਰਾਤ ਦੇ ਵਿੱਚ। ਉਹਨਾਂ ਦਾ ਫੈਸਲਾ ਜਿਹੜਾ ਕਿੱਥੇ ਹੋਣਾ ਚਾਹੀਦਾ ਸੀ? ਉਹਨਾਂ ਦਾ ਫੈਸਲਾ ਮਹਾਰਾਸ਼ਟਰ 'ਚ ਹੋਣਾ ਚਾਹੀਦਾ ਸੀ। ਜੀ। ਮਹਾਰਾਸ਼ਟਰ ਦੀ ਸਰਕਾਰ ਤੋਂ ਪੁੱਛਿਆ ਜਾਣਾ ਚਾਹੀਦਾ ਸੀ। ਹੁਣ ਤੁਹਾਡਾ ਸਵਾਲ ਹੋਣਾ ਚਾਹੀਦਾ ਸੀ ਕਿ ਕਿਉਂ ਪੁੱਛਿਆ ਜਾਣਾ ਚਾਹੀਦਾ ਸੀ? ਜੀ। ਉਹ ਇਸ ਲਈ ਪੁੱਛਿਆ ਜਾਣਾ ਚਾਹੀਦਾ ਸੀ। ਹੁਣ ਮੈਂ ਪੰਜਾਬੀ ਸਾਡੇ ਜਿਹੜੇ ਸਰੋਤੇ ਹੈ, ਸਾਡੇ ਜਿਹੜੇ ਲਿਸਨਰ ਹੈ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਤੁਸੀਂ ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਬਹੁਤ ਚੰਗੀ ਤਰ੍ਹਾਂ ਸੁਣੇ। ਬਿਲਕੁਲ ਜੀ। ਦਵਿੰਦਰਪਾਲ ਸਿੰਘ ਭੁੱਲਰ ਇਸ ਵੇਲੇ ਪੰਜਾਬ ਦੀ ਜੇਲ੍ਹ 'ਚ ਹੈ, ਅੰਮ੍ਰਿਤਸਰ 'ਚ। ਜੀ। ਕਦੇ ਉਹਨੂੰ ਪੈਰੋਲ ਮਿਲ ਜਾਂਦੀ ਹੈ, ਕਦੇ ਨਹੀਂ ਮਿਲਦੀ। ਉਹਦਾ ਮਤਲਬ ਉਹਨੂੰ ਆਪਾਂ ਕਹਿ ਸਕਦੇ ਹਾਂ ਕਿ ਹਾਲੇ ਵੀ ਭਾਵੇਂ ਪੈਰੋਲ 'ਤੇ ਆਇਆ ਹੋਵੇ ਉਹ ਇਹਨਾਂ ਦਿਨਾਂ ਦੇ ਵਿੱਚ, ਪਰ ਉਹ ਅਜੇ ਤੱਕ ਵੀ ਜੇਲ੍ਹ ਦਾ ਬੰਦੀ ਹੈ। ਉਹਨੂੰ ਪੰਜਾਬ ਸਰਕਾਰ ਚਾਹੁਣ ਦੇ ਬਾਵਜੂਦ ਵੀ ਰਿਹਾ ਨਹੀਂ ਕਰ ਸਕਦੀ। ਜੀ। ਕਾਰਨ ਕਿਉਂਕਿ ਉਹਦੇ ਖਿਲਾਫ CBI ਦਾ ਕੇਸ ਸੀ। ਜੀ। CBI ਦਾ ਕੇਸ ਕਿੱਥੇ ਸੀ? ਦਿੱਲੀ। ਕਿਉਂ ਸੀ? ਕਿਉਂਕਿ ਦਵਿੰਦਰਪਾਲ ਭੁੱਲਰ ਦੇ ਉੱਤੇ ਇਹ ਇਲਜ਼ਾਮ ਸੀ ਕਿ ਦਵਿੰਦਰਪਾਲ ਸਿੰਘ ਭੁੱਲਰ ਨੇ ਯੂਥ ਕਾਂਗਰਸ ਦੇ ਦਫ਼ਤਰ ਦੇ ਬਾਹਰ ਇੱਕ ਬੰਬ ਧਮਾਕਾ ਕੀਤਾ ਸੀ, ਜਿਹਦੇ ਵਿੱਚ ਮਨਿੰਦਰਜੀਤ ਸਿੰਘ ਬਿੱਟਾ ਜਿਹੜਾ ਉਦੋਂ ਯੂਥ ਕਾਂਗਰਸ ਦਾ ਪ੍ਰਧਾਨ ਹੁੰਦਾ ਸੀ, ਉਹ ਜ਼ਖਮੀ ਹੋ ਗਿਆ ਸੀ। ਅਤੇ ਉਹਦੇ ਕਈ ਗਨਮੈਨ ਜਿਹੜੇ ਹੈਗੇ ਆ, ਕਈ ਉਹਦੇ ਅੰਗ ਰੱਖਿਕ ਹੈ ਜਿਹੜੇ, ਉਹ ਮਾਰੇ ਗਏ ਸੀ। ਜੀ। ਉਹਨਾਂ ਕੇਸਾਂ ਦੇ ਵਿੱਚ ਉਹਨੂੰ ਫਾਂਸੀ ਦੀ ਸਜ਼ਾ ਹੋਈ ਸੀ। ਬਾਅਦ ਦੇ ਵਿੱਚ ਫਾਂਸੀ ਦੀ ਸਜ਼ਾ ਦੇ ਦੌਰਾਨ ਹੀ ਜਦੋਂ ਉਹਨੇ ਉਮਰ ਕੈਦ ਜਿੰਨੀ ਸਜ਼ਾ ਕੱਟ ਲਈ ਤਾਂ ਫਿਰ ਮਾਣਯੋਗ ਅਦਾਲਤਾਂ ਨੇ ਉਹਦੀ ਜਿਹੜੀ ਹੈਗੀ ਹੈ ਫਾਂਸੀ ਦੀ ਸਜ਼ਾ ਤਬਦੀਲ ਕਰਤੀ ਸੀ ਉਮਰ ਕੈਦ 'ਚ। ਜੀ। ਹਾਲਾਂਕਿ ਉਹ ਬਹੁਤ ਲੰਬੇ ਸਮੇਂ ਤੋਂ ਬੰਦਾ ਜੇਲ੍ਹ 'ਚ ਬੈਠਾ ਹੈ। ਉਹ ਬਾਹਰ ਵੀ ਜੇਲ੍ਹ ਕੱਟ ਕੇ ਆਇਆ। ਮੈਂ ਜਰਮਨ ਦੇ ਵਿੱਚੋਂ ਉਸ ਬੰਦੇ ਨੂੰ ਇੱਧਰ ਭੇਜਿਆ ਸੀ, ਪਰ ਉਹਨੂੰ ਰਿਹਾ ਨਹੀਂ ਕੀਤਾ ਜਾਂਦਾ। ਕਿਉਂ ਨਹੀਂ ਕੀਤਾ ਜਾਂਦਾ ਰਿਹਾ? ਇਸ ਕਰਕੇ ਨਹੀਂ ਕੀਤਾ ਜਾਂਦਾ ਕਿਉਂਕਿ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਦਿੱਲੀ ਦਾ, ਜੀ, ਉਹਦਾ ਜਿਹੜਾ ਹੈਗਾ ਮੰਤਰੀ, ਉਹਦਾ ਜਿਹੜਾ ਹੈੱਡ ਹੈ, ਉਹ ਜੇਲ੍ਹ ਮੰਤਰੀ ਹੁੰਦਾ ਹੈ। ਜੀ। ਜੇਲ੍ਹ ਮੰਤਰੀ ਪਿਛਲੇ ਲੰਬੇ ਸਮੇਂ ਤੋਂ ਹੁਣ ਤਾਂ ਸਾਬਕਾ ਹੋ ਗਿਆ, ਪਹਿਲਾਂ ਉਹ ਜੇਲ੍ਹ ਦੇ ਵਿੱਚ ਸੀ, ਸਤਿੰਦਰ ਜੈਨ। ਜੀ। ਸਤਿੰਦਰ ਜੈਨ ਨੇ ਉਹਨੂੰ ਜਿਹੜੀ ਹੈਗੀ ਆ ਉਹਦੀ ਅਗਵਾਈ ਵਾਲਾ ਜਿਹੜਾ ਬੋਰਡ ਹੈ, ਉਹਨੇ ਉਹਦੀ ਰਿਹਾਈ ਦੇ ਉੱਤੇ ਹੁਕਮ ਪਾਉਣਾ ਸੀ, ਸਹੀ ਪਾਉਣੀ ਸੀ। ਜੀ। ਵਾਰ-ਵਾਰ ਜਿਹੜਾ ਦਵਿੰਦਰਪਾਲ ਭੁੱਲਰ ਦਾ ਕੇਸ ਬੋਰਡ ਦੇ ਸਾਹਮਣੇ ਜਾਂਦਾ ਅਤੇ ਬੋਰਡ ਰੱਦ ਕਰ ਦਿੰਦਾ। ਜੀ। ਜਦੋਂ 2022 ਦੀਆਂ ਚੋਣਾਂ ਹੁੰਦੀਆਂ ਸੀ, ਕੇਜਰੀਵਾਲ ਇੱਥੇ ਆਇਆ ਸੀ। ਜੀ। ਉਦੋਂ ਆਪਣੇ ਸਿੱਖਾਂ ਨੇ ਕੇਜਰੀਵਾਲ ਨੂੰ ਜਿਹੜਾ ਹੈਗਾ ਮੰਗ ਪੱਤਰ ਦਿੱਤਾ ਸੀ, ਮੰਗ ਕੀਤੀ ਸੀ ਕਿ ਸਾਡਾ ਬੰਦਾ ਰਿਹਾ ਕਰ ਦਿਓ। ਜੀ। ਭਗਵੰਤ ਮਾਨ ਹੋਰਾਂ ਨੂੰ ਕਿਹਾ ਸੀ ਬੰਦਾ ਰਿਹਾ ਕਰ ਦਿਓ। ਇੱਥੇ ਵੀ ਭਾਰਤੀ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਦਿੱਲੀ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਮੋਹਾਲੀ ਦੇ ਬਾਰਡਰ ਦੇ ਉੱਤੇ ਜਿਹੜੇ ਹੈਗੇ ਆ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ। ਜੀ। ਉਹ ਕਹਿੰਦੇ ਚਲੋ ਬਾਕੀ ਕੰਮ ਤਾਂ ਤੁਸੀਂ ਨਹੀਂ ਕਰ ਸਕਦੇ, ਜਿੱਥੇ ਤੁਹਾਡੀ ਸਰਕਾਰ ਉਹਦਾ ਰਿਹਾ ਕਰ ਸਕਦੀ ਹੈ, ਪਰ ਉਹਨਾਂ ਨੂੰ ਰਿਹਾ ਫਿਰ ਵੀ ਨਹੀਂ ਕੀਤਾ ਜਾ ਰਿਹਾ। ਜੀ। ਉਹ ਹੁਣ ਕਿਉਂ ਨਹੀਂ ਕੀਤਾ ਜਾ ਰਿਹਾ? ਕਿਉਂਕਿ ਰਿਹਾਈ ਜਿਹੜੀ ਹੈ ਦਿੱਲੀ ਸਰਕਾਰ ਨੇ ਕਰਨੀ ਹੈ। ਇਸੇ ਤਰੀਕੇ ਜਿਹੜੇ ਬਿਲਕਿਸ ਬਾਨੋ ਦੇ ਦੋਸ਼ੀ ਸੀ, ਉਹਨਾਂ ਨੂੰ ਕੈਦ ਮਹਾਰਾਸ਼ਟਰ ਦੇ ਵਿੱਚ ਹੋਈ ਸੀ। ਜੀ। CBI ਕੋਰਟ ਬੰਬੇ ਨੇ ਕੈਦ ਕੀਤੀ ਸੀ ਅਤੇ ਰਿਹਾਈ ਦਾ ਆਰਡਰ ਜਿਹੜਾ ਹੈਗਾ ਉਹ ਮਹਾਰਾਸ਼ਟਰ ਦੇ ਵਿੱਚੋਂ ਹੋਣਾ ਚਾਹੀਦਾ ਸੀ। ਜੀ। ਲੇਕਿਨ ਇਹਨਾਂ ਨੇ ਗੁਜਰਾਤ 'ਚੋਂ ਕਰਤਾ, ਅਤੇ ਕਰਤਾ ਉਸ ਦਿਨ ਜਿਸ ਦਿਨ ਪ੍ਰਧਾਨ ਮੰਤਰੀ ਸਾਹਿਬ ਲੋਕਾਂ ਨੂੰ ਉਪਦੇਸ਼ ਦੇ ਰਹੇ ਸੀ ਕਿ ਔਰਤਾਂ ਦੀ ਤੁਸੀਂ ਇੱਜ਼ਤ ਕਰੋ। ਜੀ। ਇਹਦੇ ਸੰਬੰਧ ਵਿੱਚ ਫਿਰ ਬਹੁਤ ਜ਼ਿਆਦਾ ਰੌਲਾ ਪਿਆ, ਦੇਸ਼ ਵਿਦੇਸ਼ ਦੇ ਵਿੱਚ ਰੌਲਾ ਪਿਆ। ਬਿਲਕਿਸ ਬਾਨੋ ਸੁਪਰੀਮ ਕੋਰਟ ਗਈ। ਜੀ। ਇੱਕ ਵਾਰੀ ਦੋ ਵਾਰੀ ਵਿਚਾਰੀ ਨੇ ਕੋਸ਼ਿਸ਼ ਕੀਤੀ, ਪਹਿਲਾਂ ਤਾਂ ਉਹਦੀਆਂ ਟਾਲਾ ਬਟੋਲਾ ਹੀ ਵੱਜਦਾ ਰਿਹਾ। ਪਿੱਛੇ ਜੇ ਫਿਰ ਦੇਸ਼ ਦੇ ਜਿਹੜੇ ਚੀਫ ਜਸਟਿਸ DY ਚੰਦਰਾਚੂੜ ਸਾਹਿਬ ਦੀ ਬੈਂਚ ਦੇ ਸਾਹਮਣੇ ਜੋ ਗੱਲ ਗਈ ਤਾਂ ਉਹਨਾਂ ਨੇ ਕਿਹਾ ਨਵਾਂ ਬੈਂਚ ਬਣਾਉਣੇ ਆ ਜੀ, ਔਰ ਉਹ ਨਵਾਂ ਬੈਂਚ ਸੁਣਵਾਈ ਕਰੂ। ਹੁਣ ਜਿਹੜਾ ਨਵਾਂ ਬੈਂਚ ਹੈ ਉਹ ਹੈ ਜਸਟਿਸ ਥੋਮਸ ਅਤੇ ਜਸਟਿਸ ਮੈਡਮ
BV ਨਾਗਰਤਨਾ, ਉਹਨਾਂ ਦੇ ਬੈਂਚ ਦੇ ਸਾਹਮਣੇ ਕੱਲ੍ਹ ਇਹ ਮਾਮਲਾ ਪੇਸ਼ ਹੋਇਆ। ਜਦੋਂ ਸੁਣਵਾਈ ਕਰਨ ਲੱਗੇ ਤਾਂ ਸੁਣਵਾਈ ਕਰਨ ਵੇਲੇ ਇੱਕ ਉੱਥੇ ਬੰਦੇ ਜਿਹੜਾ ਸੋਲਿਸਟਰ ਐਡੀਸ਼ਨਲ ਸੋਲਿਸਟਰ ਜਨਰਲ ਹੈ, ਜਿਹੜਾ ਭਾਰਤ ਸਰਕਾਰ ਨੂੰ ਵੀ ਰੀਪ੍ਰਜੈਂਟ ਕਰਦਾ, ਗੁਜਰਾਤ ਸਰਕਾਰ ਨੂੰ ਵੀ ਰੀਪ੍ਰਜੈਂਟ ਕਰਦਾ ਹੈ, ਉਹ ਕਹਿੰਦਾ ਜੀ ਐਂ ਕਰੋ, ਤੁਸੀਂ ਮੰਗਿਆ ਸੀ ਰਿਕਾਰਡ ਕਿ ਉਹ ਫਾਈਲ ਜਿਹੜੀ ਫਾਈਲ ਦੇ ਉੱਤੇ ਇਹਨਾਂ ਨੂੰ ਰਿਹਾ ਕੀਤਾ ਗਿਆ, ਜਿਹੜੇ ਉਹ ਆਰਡਰ ਹੋਏ ਹੈ, ਉਹ ਫਾਈਲ ਸਾਡੇ ਪੇਸ਼ ਕਰੋ। ਉਹ ਕਹਿੰਦਾ ਜੀ ਫਾਈਲ ਤਾਂ ਅਸੀਂ ਕਰਾਂਗੇ, ਅਜੇ ਤੱਕ ਤੁਸੀਂ ਐਂ ਕਰੋ ਵੀ ਇਹ ਸੁਣਵਾਈ ਮੁਲਤਵੀ ਕਰ ਦਿਓ ਜੀ, ਇਹ ਸੁਣਵਾਈ ਮੁਲਤਵੀ ਕਰ ਦਿਓ, ਅਸੀਂ ਪਾਵਾਂਗੇ ਰਿਵਿਊ ਪਟੀਸ਼ਨ ਜੀ ਕਿ ਫਾਈਲ ਜਿਹੜੀ ਹੈਗੀ ਆ ਉਹ ਜਿਹੜਾ ਆਰਡਰ ਫਾਈਲ ਨੂੰ ਤਲਬ ਕਰਨ ਦਾ ਕੀਤਾ ਹੈ ਮਾਨਯੋਗ ਸੁਪਰੀਮ ਕੋਰਟ ਨੇ, ਉਹਦਾ ਰਿਵਿਊ ਕੀਤਾ ਜਾਵੇ, ਅਸੀਂ ਰਿਵਿਊ ਕਰਾਂਗੇ। ਇਹਦੇ 'ਤੇ ਜਿਹੜੀ ਮੈਡਮ ਨਾਗਰਤਨਾ ਹੈ, ਉਹਨਾਂ ਨੇ ਕਿਹਾ ਕਿ ਅੱਛਾ ਤੁਸੀਂ ਇਹ ਚਾਹੁੰਦੇ ਕਿ ਅੱਜ ਇੱਕ ਮੁਲਜ਼ਮ ਆ ਕੇ ਕਹਿੰਦਾ ਵੀ ਇਹਨੂੰ ਮੁਲਤਵੀ ਕਰ ਦਿਓ, ਅਗਲੀ ਪੇਸ਼ੀ ਦੇ ਦੇਣਗੇ, ਫਿਰ ਦੂਜਾ ਮੁਲਜ਼ਮ ਆ ਜੂ, ਇਸ ਹਿਸਾਬ ਦੇ ਨਾਲ ਤਾਂ ਤੁਸੀਂ ਇਹਨੂੰ ਕੇਸ ਨੂੰ ਲਟਕਾਉਂਦੇ ਹੀ ਤੁਰੇ ਜਾਓਗੇ ਜੀ। ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਇਹ ਦੱਸਿਆ ਜਾਵੇ ਕਿ ਇਹਨਾਂ ਨੂੰ ਰਿਹਾ ਕਿਉਂ ਕੀਤਾ ਗਿਆ। ਅਗਲੀ ਗੱਲ ਉਹ ਕਹਿੰਦੇ ਕਿ ਜਿਹੜਾ ਸਮੂਹਿਕ ਬਲਾਤਕਾਰ ਤੇ ਕਤਲ ਹੁੰਦਾ ਹੈ ਤੇ ਇੱਕ ਸਧਾਰਨ ਕਤਲ ਹੁੰਦਾ, ਉਹਦਾ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਉਹਨਾਂ ਨੇ ਤੁਲਨਾ ਕੀਤੀ ਕਿ ਟਮਾਟਰ ਦਾ ਤੇ ਸੇਬ ਦਾ ਫਰਕ ਹੁੰਦਾ ਹੈ। ਜਿਹੜੀ ਸੇਬ ਦੇ ਵਿੱਚ ਕੁਆਲਿਟੀਜ਼ ਹੁੰਦੀਆਂ ਉਹ ਟਮਾਟਰ ਦੇ ਵਿੱਚ ਨਹੀਂ ਹੁੰਦੀਆਂ। ਇਸ ਕਰਕੇ ਜਿਹੜਾ ਆਮ ਬੰਦੇ ਦਾ ਕਤਲ ਹੋਣਾ ਹੈ ਉਹ ਇੱਕ ਵੱਖਰੀ ਗੱਲ ਹੈ, ਪ੍ਰੋਵੋਕੇਸ਼ਨ ਦੇ ਵਿੱਚ ਹੋ ਜਾਣਾ, ਇੱਕ ਨੂੰ ਰੇਪ ਕਰਨਾ, ਸਮੂਹਿਕ ਕਤਲੇਆਮ ਹੋਣਾ, ਸਮੂਹਿਕ ਰੇਪ ਹੋਣਾ, ਇਹ ਤਾਂ ਇੱਕ ਬਹੁਤ ਵੱਡਾ ਜਿਹੜਾ ਹੈਗਾ ਅਪਰਾਧ ਹੈ। ਅਤੇ ਇੱਥੇ ਬੰਦੇ ਨੂੰ ਤੁਸੀਂ ਇਸ ਤਰ੍ਹਾਂ ਰਿਹਾ ਕਰਤਾ। ਸਰਕਾਰੀ ਜਿਹੜੇ ਦੂਜੇ ਪਾਸੇ ਵਕੀਲ ਸੀ ਦੋਸ਼ੀਆਂ ਦੇ, ਉਹਨਾਂ ਨੇ ਕਿਹਾ ਜੀ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੱਜ ਸਾਹਿਬਾਨ, ਅਸੀਂ ਤੁਹਾਡੀ ਕਦਰ ਕਰਦੇ ਹਾਂ, ਪਰ ਬੰਦਿਆਂ ਨੇ ਤਾਂ 15-15 ਸਾਲ ਦੀ ਕੈਦ ਕੱਟ ਲਈ ਜੀ। 15-15 ਸਾਲ ਦੀ ਕੈਦ ਕੱਟ ਲਈ ਬੰਦਿਆਂ ਨੇ, ਪਰ ਬਾਵਜੂਦ ਕਿ ਬੰਦਿਆਂ ਦਾ ਅਪਰਾਧ ਤਾਂ ਬਹੁਤ ਭਿਆਨਕ ਹੈ, ਉਹਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਹੁਣ ਮਾਨਯੋਗ ਸੁਪਰੀਮ ਕੋਰਟ ਨੇ ਕਹਿਤਾ ਨਹੀਂ, ਸਾਨੂੰ ਨਹੀਂ ਮਨਜ਼ੂਰ ਤੁਹਾਡੀ ਇਹ ਗੱਲ। ਇੱਦਾਂ ਕਰੋ ਕਿ ਇੱਕ ਹਫ਼ਤੇ ਦੇ ਵਿੱਚ ਤੁਸੀਂ ਜਿਹੜਾ ਹੈਗਾ ਆਪਣਾ ਜਿਹੜਾ ਜਵਾਬ ਫਾਈਲ ਕਰੋ, ਅਤੇ ਅਸੀਂ ਦੁਬਾਰਾ ਮਈ ਦੇ ਮਹੀਨੇ ਦੇ ਵਿੱਚ ਫਿਰ ਜਿਹੜੀ ਹੈ ਇਹਦੇ 'ਤੇ ਤੁਹਾਡੀ ਸੁਣਵਾਈ ਕਰਾਂਗੇ। ਦਲਵੀਰ ਜੀ, ਜਿੱਥੋਂ ਤੱਕ ਤੁਸੀਂ ਕਿਹਾ ਘੱਟ ਗਿਣਤੀਆਂ ਦੀ ਗੱਲ, ਘੱਟ ਗਿਣਤੀਆਂ ਦੇ ਨਾਲ ਵਾਕਈ ਇਹ ਕੁਛ ਹੁੰਦਾ ਹੈ। ਬਿਲਕਿਸ ਬਾਨੋ ਜਿਹੜੀ ਹੈਗੀ ਆ ਉਹ ਘੱਟ ਗਿਣਤੀ ਭਾਈਚਾਰੇ ਨਾਲ ਸੰਬੰਧਿਤ ਹੈ, ਮੁਸਲਿਮ ਭਾਈਚਾਰੇ ਨਾਲ ਸੰਬੰਧਿਤ ਹੈ। ਇਸੇ ਤਰੀਕੇ ਆਪਾਂ ਦੇਖੀਏ ਤਾਂ ਅਹਿਸਾਨ ਜਾਫਰੀ ਨਾਂ ਦਾ ਇੱਕ ਹੋਰ ਮੁਸਲਮਾਨ ਆਗੂ ਸੀ, ਜਿਹੜਾ ਕਾਂਗਰਸ ਪਾਰਟੀ ਦਾ ਸਾਬਕਾ ਮੈਂਬਰ ਪਾਰਲੀਮੈਂਟ ਸੀ। ਗੁਲਬਰਗ ਸੁਸਾਇਟੀ ਦੇ ਵਿੱਚ ਉਹ ਰਹਿੰਦਾ ਹੁੰਦਾ ਸੀ, ਉਹਦੇ ਨਾਲ ਹੋਰ ਬਹੁਤ ਸਾਰੇ ਲੋਕ ਰਹਿੰਦੇ ਹੁੰਦੇ ਸੀ। ਉਹਨਾਂ ਨੂੰ ਆ ਕੇ ਬਲਵਾਕਾਰੀਆਂ ਨੇ, ਦੰਗਾਕਾਰੀਆਂ ਨੇ ਘੇਰਾ ਪਾ ਲਿਆ। ਉਹਨੇ ਥੱਲੇ ਤੋਂ ਲੈ ਕੇ ਉੱਪਰ ਤੱਕ, ਮੁੱਖ ਮੰਤਰੀ ਤੱਕ, DGP ਤੱਕ ਫੋਨ ਕੀਤੇ ਮਦਦ ਵਾਸਤੇ ਕਿ ਸਾਨੂੰ ਮਦਦ ਮੁਹੱਈਆ ਕਰਵਾਈ ਜਾਵੇ, ਲੇਕਿਨ ਕਿਸੇ ਨੇ ਮਦਦ ਮੁਹੱਈਆ ਨਹੀਂ ਕਰਵਾਈ। ਨਤੀਜਾ ਕੀ ਹੋਇਆ ਕਿ ਜਿਹੜੇ ਬਲਵਾਕਾਰੀ ਸੀ, ਜਿਹੜੇ ਬੰਦੇ ਦੰਗਾ ਕਰਨ ਵਾਲੇ ਸੀ, ਉਹਨਾਂ ਨੇ ਆ ਕੇ ਉਸ ਸੁਸਾਇਟੀ ਨੂੰ ਅੱਗ ਲਾਤੀ, ਔਰ ਜਿੰਦਾ ਪਾਰਲੀਮੈਂਟ ਦੇ ਮੈਂਬਰ ਸਮੇਤ ਜਿਹੜਾ ਸਾਬਕਾ ਹੋ ਚੁੱਕਾ ਸੀ, ਬਹੁਤ ਸਾਰੇ ਲੋਕ ਜਿਹੜੇ ਹੈਗੇ ਉਹਦੇ 'ਚ ਮਰ ਗਏ। ਉਹਦੀ ਵਾਈਫ ਜਿਹੜੀ ਹੈ, ਉਹਦੀ ਵਿਡੋ ਆ, ਉਹ ਬਹੁਤ ਬੁੱਢੀ ਹੋ ਚੁੱਕੀ ਹੈ, 100 ਸਾਲ ਦੇ ਕਰੀਬ ਉਹਦੀ ਉਮਰ ਹੈ, 90 ਤੋਂ 95 ਸਾਲਾਂ ਦੇ ਵਿੱਚ ਲੱਗਦੀ ਹੈ। ਐਡੀ ਉਮਰ ਦੇ ਬਾਵਜੂਦ ਵੀ ਉਹਨੇ ਵਿਚਾਰੀ ਨੇ ਦਰ ਦੇ ਧੱਕੇ ਖਾਧੇ, ਲੇਕਿਨ ਕਿਤੋਂ ਉਹਨੂੰ ਇਨਸਾਫ ਨਹੀਂ ਮਿਲਿਆ। ਇਸ ਵਾਸਤੇ ਜੇ ਆਪਾਂ ਇਹ ਗੱਲ ਕਰੀਏ ਕਿ ਜੇ ਬਿਲਕਿਸ ਬਾਨੋ ਦੀ ਗੱਲ ਕਰ ਲਈਏ, ਚਾਹੇ ਆਪਾਂ ਅਹਿਸਾਨ ਜਾਫਰੀ ਦੀ ਗੱਲ ਕਰ ਲਈਏ, ਚਾਹੇ ਆਪਾਂ ਦਵਿੰਦਰਪਾਲ ਸਿੰਘ ਭੁੱਲਰ ਦੀ ਗੱਲ ਕਰ ਲਈਏ, ਅਤੇ ਚਾਹੇ ਆਪਾਂ ਗੱਲ ਕਰ ਲਈਏ ਬੰਦੀ ਸਿੰਘਾਂ ਦੀ, ਘੱਟ ਗਿਣਤੀਆਂ ਨਾਲ ਸੰਬੰਧਿਤ ਜਿਹੜੇ ਲੋਕ ਹੈ, ਜੇ ਉਹ ਜੇਲ੍ਹਾਂ ਚਲੇ ਜਾਣ ਤਾਂ ਉਹ ਸੜਦੇ, ਉਹ ਕਹਿੰਦੇ ਸੜੀ ਜਾਣ ਦਿਓ। ਅਤੇ ਜੇ ਵੱਧ ਗਿਣਤੀ ਨਾਲ ਬਹੁ ਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਦੇ ਆ ਬੰਦੇ, ਅਤੇ ਫਿਰ ਬਹੁ ਗਿਣਤੀ ਭਾਈਚਾਰੇ ਦੀਆਂ ਵੋਟਾਂ ਵੀ ਬਹੁਤੀਆਂ, ਔਰ ਉਹਨਾਂ ਵੋਟਾਂ ਨੂੰ ਲਾਹਾ ਲੈਣ ਵਾਸਤੇ ਫਿਰ ਇਹੋ ਜਿਹਾ ਕੁਛ ਕੀਤਾ ਜਾਂਦਾ ਹੈ। ਜੀ ਦਲਵੀਰ ਜੀ। ਜੀ ਬਿਲਕੁਲ। ਦੂਸਰੀ ਗੱਲ ਫਿਰ ਅਤੀਕ ਅਹਿਮਦ ਤੇ ਅਸ਼ਰਫ ਦੇ ਮਾਮਲੇ ਸੰਬੰਧੀ ਹੈ ਜੀ, ਇਹ ਹਿਰਾਸਤ 'ਚ ਮਾਰੇ ਗਏ ਆ ਜੀ, ਅਤੇ ਜਿਹੜੀਆਂ ਇਸ ਸੰਬੰਧੀ ਪਟੀਸ਼ਨਾਂ ਦਾਇਰ ਨੇ ਸੁਪਰੀਮ ਕੋਰਟ, ਮਾਨਯੋਗ ਸੁਪਰੀਮ ਕੋਰਟ ਨੇ ਹੁਣ 24 ਅਪ੍ਰੈਲ ਨੂੰ ਇਹਦੀ ਸੁਣਵਾਈ ਕਰਨ ਲਈ ਜਿਹੜੇ ਆਦੇਸ਼ ਜਾਰੀ ਕੀਤੇ ਨੇ ਜੀ। ਬਿਲਕੁਲ ਇਹ 'ਚ ਕੋਈ ਸ਼ੱਕ ਨਹੀਂ ਕਿ ਜਿਹੜਾ ਅਤੀਕ ਅਹਿਮਦ ਹੈ ਅਤੇ ਉਹਦਾ ਭਰਾ ਅਸ਼ਰਫ, ਇਹ ਦੋਨੋਂ ਗੈਂਗਸਟਰ ਹੈ ਜੀ। ਬਹੁਤ ਛੋਟੇ ਜਿਹੇ ਲੋਕ ਸੀ ਇਹ, ਕੋਈ ਬਾਹਲੇ ਵੱਡੇ ਜੇ ਆਪਾਂ ਕਹਿ ਦਈਏ ਇਹਨਾਂ ਦਾ ਕੋਈ ਅਮੀਰੀ ਦਾ ਪਿਛੋਕੜ ਸੀ ਨਹੀਂ ਸੀ। ਇਹਨਾਂ ਦਾ ਜਿਹੜਾ ਬਾਪ ਆ ਉਹ ਟਾਂਗਾ ਚਲਾਉਂਦਾ ਹੁੰਦਾ ਸੀ, ਔਰ ਉਹ ਬਾਹੂਬਲੀ ਜਿਹਾ ਸੀ, ਅਤੇ ਉਹਨੂੰ ਲੋਕ ਭਲਵਾਨ ਕਹਿੰਦੇ ਹੁੰਦੇ ਸੀ। ਉਹ ਬੰਦਾ ਜਿਹਦੀ ਮਰਜ਼ੀ ਹੈ ਕੁੱਟਮਾਰ ਕਰ ਦਿੰਦਾ ਹੁੰਦਾ ਸੀ, ਲੋਕ ਉਹਦੀ ਦਹਿਸ਼ਤ ਮੰਨਦੇ ਹੁੰਦੇ ਸੀ, ਅਤੇ ਫਿਰ ਇਹ ਵੀ ਉਸੇ ਵਾਲੇ ਪਾਸੇ ਨੂੰ ਪੈ ਗਏ ਜੀ। ਹੋਇਆ ਹੈ ਕਿ ਚਲਦਿਆਂ ਚਲਦਿਆਂ ਜਦੋਂ ਬਾਹੂਬਲੀ ਲੋਕਾਂ ਨੂੰ ਜਿਤਾਉਣ ਲੱਗ ਗਏ, ਅਤੇ ਫਿਰ ਬਾਹੂਬਲੀਆਂ ਦਾ ਇਹ ਹੋ ਗਿਆ ਕਿ ਆਪਾਂ ਵੀ ਜਿੱਤ ਸਕਦੇ ਹਾਂ ਜੀ। ਫਿਰ ਇਹਨਾਂ ਨੇ ਕਦੇ ਕਿਸੇ ਪਾਰਟੀ ਤੋਂ ਟਿਕਟ ਲੈ ਲਈ, ਕਦੇ ਕਿਸੇ ਪਾਰਟੀ ਤੋਂ ਟਿਕਟ ਲੈ ਲਈ। ਲਗਭਗ 15-18 ਸਾਲ ਜਿਹੜਾ ਹੈਗਾ, 3 ਵਾਰੀ ਤਾਂ ਮੇਰਾ ਖਿਆਲ ਹੈ MLA ਰਿਹਾ ਅਤੀਕ ਅਹਿਮਦ ਜੀ, 2 ਵਾਰੀ ਪਾਰਲੀਮੈਂਟ ਦਾ ਮੈਂਬਰ ਰਿਹਾ। ਜਿਹੜਾ ਅਸ਼ਰਫ ਹੈ ਉਹ ਵੀ ਪਾਰਲੀਮੈਂਟ ਦਾ, ਆਪਣਾ ਵਿਧਾਨ ਸਭਾ ਦਾ ਮੈਂਬਰ ਰਿਹਾ।
ਔਰ ਉਹ ਤੋਂ ਬਾਅਦ ਫਿਰ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਕਰਨੇ, ਆਹ ਕਰਨੇ, ਵਾਹ ਕਰਨੇ, 2 ਨੰਬਰ ਦਾ ਧੰਦਾ ਕਰਨਾ। ਤੇ ਇਸ ਵੇਲੇ ਬਹੁਤ ਅਮੀਰ ਬੰਦਿਆਂ 'ਚ ਬਣੇ ਵੀ ਆ, ਪਤਾ ਨਹੀਂ ਕਿੰਨੇ ਸੈਂਕੜੇ ਕਰੋੜ ਰੁਪਈਆਂ ਦੀ ਉਹਨਾਂ ਕੋਲ ਜਾਇਦਾਦ ਹੈ ਜੀ। ਇਹਨਾਂ ਦੇ ਉੱਤੇ ਇੱਕ ਇਲਜ਼ਾਮ ਲੱਗ ਗਿਆ ਕਿ 2005 ਦੇ ਵਿੱਚ ਇਹਨਾਂ ਨੇ ਇੱਕ ਜਿਹੜਾ BJP ਦਾ BSP ਦਾ MLA ਸੀ, ਉਹਦਾ ਕਤਲ ਕੀਤਾ ਸੀ। ਉਹਦਾ ਨਾਂ ਸ਼ਾਇਦ ਮਿਸਟਰ ਰਾਜੂ ਸੀ, ਔਰ ਉਸ ਕਤਲ ਕੇਸ ਦਾ ਗਵਾਹ ਸੀ ਉਮੇਸ਼ਪਾਲ। ਤੇ ਫਿਰ ਉਮੇਸ਼ਪਾਲ ਇੱਕ ਬੰਬ ਧਮਾਕੇ 'ਚ ਮਾਰਿਆ ਗਿਆ ਸੀ ਤੇ ਉਸ ਕੇਸ ਦੇ ਵਿੱਚ ਇਹਨਾਂ ਨੂੰ ਨਾਮਜ਼ਦ ਕਰ ਦਿੱਤਾ ਸੀ। ਪਰਿਵਾਰ ਦੇ ਕਾਫੀ ਸਾਰੇ ਬੰਦੇ ਨਾਮਜ਼ਦ ਕੀਤੇ ਸੀ। ਕੁਛ ਕੁ ਦਿਨ ਪਹਿਲਾਂ ਇਹਨਾਂ ਦਾ ਬੇਟਾ ਅਸਦ ਹੈ, ਉਹ ਤੇ ਉਹਦੇ ਨਾਲ ਇੱਕ ਮੁੰਡਾ ਗੁਲਾਮ ਮੁਹੰਮਦ ਸੀ, ਉਹ ਝਾਂਸੀ ਦੇ ਵਿੱਚ ਇੱਕ STF ਨਾਲ ਮੁਕਾਬਲਾ ਹੋਇਆ ਸੀ। ਝਾਂਸੀ 'ਚ ਉਸ ਮੁਕਾਬਲੇ 'ਚ ਮਾਰੇ ਗਏ ਸੀ ਜੀ। ਰਹੀ ਗੱਲ ਅਸ਼ਰਫ ਦੀ ਤੇ ਅਤੀਕ ਦੀ, ਇਹ ਅਲੱਗ-ਅਲੱਗ ਜੇਲ੍ਹਾਂ 'ਚ ਬੰਦ ਸੀ ਤੇ ਇਹਨਾਂ ਨੂੰ ਫਿਰ ਉਸ ਕੇਸ ਦੇ ਸੰਬੰਧ ਵਿੱਚ ਲਿਆਂਦਾ ਗਿਆ ਇੱਥੇ ਪ੍ਰਾਗਰਾਜ, ਜਾਂ ਜਿਹਨੂੰ ਆਪਾਂ ਇਲਾਹਾਬਾਦ ਕਹਿ ਦਈਏ, ਉੱਥੇ ਲਿਆਂਦਾ ਗਿਆ ਜੀ। ਇਹਨਾਂ ਨੇ ਹਾਈ ਕੋਰਟ ਦੇ ਵਿੱਚ ਆਪਣੀਆਂ ਪਟੀਸ਼ਨਾਂ ਪਾਤੀਆਂ ਕਿ ਸਾਡੀ ਜਾਨ ਖਤਰੇ 'ਚ ਹੈ। ਇੱਕ ਨੇ ਪਾਈ ਪਟੀਸ਼ਨ ਜਾਂ ਦੋਨਾਂ ਨੇ ਪਾਤੀਆਂ, ਲੇਕਿਨ ਉਹਨੂੰ ਹਾਈ ਕੋਰਟ ਨੇ ਕਹਿਤਾ ਸੀ ਜੀ ਇਹਨਾਂ ਦੇ ਨਾ, ਪਹਿਲਾਂ ਸੁਪਰੀਮ ਕੋਰਟ ਦੇ ਵਿੱਚ ਗਏ, ਸੁਪਰੀਮ ਕੋਰਟ ਨੇ ਕਹਿਤਾ ਹਾਈ ਕੋਰਟ 'ਚ ਆਓ। ਇਹ ਹਾਈ ਕੋਰਟ 'ਚ ਗਏ, ਹਾਈ ਕੋਰਟ ਦੇ ਵਿੱਚ ਇਹਨਾਂ ਨੇ ਕਿਹਾ ਸਾਡੀ ਜਾਨ ਖਤਰੇ 'ਚ, ਸਾਨੂੰ ਮਾਰਿਆ ਜਾ ਸਕਦਾ ਹੈ। ਹਾਈ ਕੋਰਟ ਨੇ ਸਟੇਟ ਗਵਰਨਮੈਂਟ ਤੋਂ ਜਵਾਬ ਮੰਗਿਆ ਤੇ ਉਹਨਾਂ ਨੇ ਕਹਿਤਾ ਜੀ ਸਾਡੇ ਕੋਲ ਫੁੱਲ ਪ੍ਰਬੰਧ ਹੈ, ਅਸੀਂ ਇਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਰੱਖਾਂਗੇ ਠੀਕ ਤਰੀਕੇ ਨਾਲ। ਪਰ ਆ ਸ਼ਨੀਵਾਰ ਨੂੰ ਉਹਨਾਂ ਦੋਨਾਂ ਨੂੰ ਜਦੋਂ ਸ਼ਾਮ ਨੂੰ 10 ਵਜੇ ਦੇ ਕਰੀਬ ਉਹਨਾਂ ਨੂੰ ਥਾਣੇ 'ਚੋਂ ਕੱਢਿਆ ਜਾਂਦਾ ਹੈ। ਥਾਣੇ 'ਚੋਂ ਕੱਢ ਕੇ ਉਹਨਾਂ ਨੂੰ ਇੱਕ ਮੈਡੀਕਲ ਕਾਲਜ ਦੇ ਵਿੱਚ ਲੈ ਕੇ ਜਾ ਰਹੇ ਹੈ। ਉੱਥੇ ਹਸਪੀਟਲ ਹੈ ਮੈਡੀਕਲ ਕਾਲਜ ਦਾ ਜੀ। ਉੱਥੇ ਲਿਜਾ ਕੇ ਜਦੋਂ ਲੈ ਕੇ ਜਾ ਰਹੇ ਹੈ ਤਾਂ ਉਹਨਾਂ ਨੂੰ ਪਹਿਲਾਂ ਤਾਂ ਜਦੋਂ ਤੋਂ ਲਿਆਂਦਾ ਜਾਂਦਾ ਬਾਹਰੋਂ, ਅਤੀਕ ਨੂੰ ਖਾਸ ਕਰਕੇ ਜੇ ਆਪਾਂ ਦੇਖੀਏ ਗੁਜਰਾਤ ਦੀ ਇੱਕ ਜੇਲ੍ਹ ਤੋਂ ਜੀ, ਉਸ ਜੇਲ੍ਹ ਤੋਂ ਜਦੋਂ ਲਿਆਂਦਾ ਜਾਂਦਾ ਬਹੁਤ ਵੱਡਾ ਪ੍ਰਬੰਧ ਕੀਤਾ ਹੁੰਦਾ ਹੈ। ਪਰ ਇੱਥੇ ਲਿਆ ਕੇ ਜਿਹੜੇ ਹੈਗੇ ਉਹ ਪ੍ਰਬੰਧ ਜਿਹੜੇ ਅਸਤ ਵਿਅਸਤ ਹੋ ਜਾਂਦੇ, ਉਹਨਾਂ ਨੂੰ ਪਾਸੇ ਛੱਡ ਕੇ ਥਾਣੇ ਦੀ ਪੁਲਿਸ ਦੇ ਕੁਝ ਬੰਦੇ ਇੱਕ ਆਮ ਗੱਡੀ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਹੈ ਔਰ ਲਿਜਾ ਕੇ ਹਸਪੀਟਲ ਦੇ ਸਾਹਮਣੇ ਬਾਹਰ, ਹਾਲਾਂਕਿ ਗੱਡੀ ਅੰਦਰ ਜਾ ਸਕਦੀ ਸੀ, ਬਾਹਰਲੇ ਪਾਸੇ ਉਤਾਰ ਲਿਆ। ਉੱਥੇ ਮੀਡੀਆ ਵਾਲੇ ਖੜੋਤੇ ਅਤੇ ਮੀਡੀਆ ਵਾਲਿਆਂ ਦੇ ਨਾਲ ਫਿਰ ਉਹਨਾਂ ਨੂੰ ਗੱਲਬਾਤ ਕਰਨ ਦੀ ਜਿਹੜੀ ਹੈ ਉਹ ਇੱਕ ਉਹਨਾਂ ਨੇ ਦਿੱਤੀ ਮੌਕਾ ਦਿੱਤਾ। ਉਸੇ ਸਮੇਂ ਦੌਰਾਨ ਜਿਹੜੇ ਹੈਗੇ ਹੈ 2 ਬੰਦੇ ਆਉਂਦੇ, 3 ਬੰਦੇ ਆਉਂਦੇ ਹੈ ਜੀ। ਉਹ ਬੰਦੇ ਵੀ ਆਪਣੇ ਮੀਡੀਆ ਵਾਲੇ ਬਣ ਕੇ ਆਉਂਦੇ ਹੈ। ਅੱਜ ਕੱਲ੍ਹ ਮੀਡੀਆ ਵਾਲੀ ਜਿਹੜੀ ਗੱਲ ਹੈ ਨਾ, ਮੀਡੀਆ ਦੇ ਰਾਹੀਂ ਮੈਂ 5-6 ਸਾਲ ਪਹਿਲਾਂ ਮੈਂ ਇੱਕ ਰਿਪੋਰਟ ਲਿਖੀ ਸੀ ਕਿ ਹੁਣ ਜਿਹੜੀਆਂ ਭਾਰਤ ਦੇ ਵਿੱਚ ਵਾਰਦਾਤਾਂ ਹੋਣਗੀਆਂ, ਖਾਸ ਕਰਕੇ ਵੱਡੇ ਬੰਦਿਆਂ ਦੇ ਕਤਲ ਹੋਣਗੇ, ਉਹ ਮੀਡੀਆ ਦੀਆਂ ਗੈਲਰੀਜ਼ 'ਚੋਂ ਹੋਣਗੇ ਜੀ। ਕਿਉਂਕਿ ਸੋਸ਼ਲ ਮੀਡੀਆ ਦਾ ਯੁੱਗ ਆ, ਹਰੇਕ ਬੰਦਾ ਹੀ ਆਪਦੇ ਹੱਥ 'ਚ ਮਾਈਕ ਫੜ ਕੇ ਚਲਾ ਜਾਂਦਾ ਹੈ। ਪ੍ਰੋਪਰ ਉਹਨਾਂ ਦੀ ਜਿਹੜੀ ਹੈਗੀ ਹੈ ਉਹ ਵੈਰੀਫਿਕੇਸ਼ਨ ਨਹੀਂ ਹੁੰਦੀ, ਪ੍ਰੋਪਰ ਉਹਨਾਂ ਦੀ ਨਿਗਰਾਨੀ ਨਹੀਂ ਹੁੰਦੀ। ਬਾਕੀ ਰਹੀ ਗੱਲ ਅਫਸਰਾਂ ਦੀ, ਅਫਸਰਾਂ ਨੂੰ ਇਹ ਹੁੰਦੀ ਹੈ ਕਿ ਸਾਡੀ ਵੱਧ ਤੋਂ ਵੱਧ ਜਿਹੜੀ ਹੈਗੀ ਹੈ ਪਬਲਿਸਿਟੀ ਹੋਵੇ, ਸੋਸ਼ਲ ਮੀਡੀਆ 'ਤੇ ਹੋਵੇ, ਕੋਈ ਰੋਕਦਾ ਨਹੀਂ ਜੀ। ਤੇ ਨਤੀਜਾ ਇਹ ਹੁੰਦਾ ਜੋ ਕੁਛ ਉੱਥੇ ਹੋਇਆ। ਉਹ ਬੰਦੇ ਮੀਡੀਆ ਵਾਲੇ ਬਣ ਕੇ ਆਏ ਤੇ ਉਹਨਾਂ ਨੇ ਤੜਾ ਤੜ ਜਿਹੜੇ ਹੈਗੇ ਆ ਉਹਨਾਂ 'ਤੇ ਫਾਇਰਿੰਗ ਕਰਤੀ। ਉਹ ਦੋਨੇ ਬੰਦੇ ਮਾਰੇ ਗਏ। ਮਾਰੇ ਜਾਣ ਤੋਂ ਬਾਅਦ ਫਿਰ ਇੱਕ ਤਾਂ ਯੂਪੀ ਦੇ ਇੱਕ IPS ਰਿਟਾਇਰ ਹੈਗੇ ਅਮਿਤਾਭ ਠਾਕੁਰ ਉਹਨਾਂ ਦਾ ਨਾਂ, ਉਹਨਾਂ ਨੇ ਚਿੱਠੀ ਨੁਮਾ ਪਟੀਸ਼ਨ ਜਿਹੜੀ ਹੈ ਇੱਕ ਭੇਜਤੀ ਮਾਨਯੋਗ ਸੁਪਰੀਮ ਕੋਰਟ ਨੂੰ ਕਿ ਜੀ ਇਹਦੀ ਪੜਤਾਲ ਕਰਾਓ। ਔਰ ਜਦੋਂ ਦਾ ਯੋਗੀ ਆਦਿੱਤਿਆਨਾਥ ਹੁਣੀ ਮੁੱਖ ਮੰਤਰੀ ਬਣਿਆ, ਉਦੋਂ ਤੋਂ ਬਹੁਤ ਸਾਰੀਆਂ ਵਾਰਦਾਤਾਂ ਉੱਥੇ ਹੋਈਆਂ ਜੀ। 183 ਮੁਕਾਬਲੇ ਤਾਂ ਪਿਛਲੇ ਦਿਨਾਂ ਦੇ ਵਿੱਚ ਹੀ ਹੋ ਗਏ। ਟੋਟਲ ਮੁਕਾਬਲੇ 10,000 ਦੇ ਕਰੀਬ ਹੋਏ ਆ। ਇਹ ਗੱਲ ਸਰਕਾਰੀ ਤੌਰ ਦੇ ਉੱਤੇ ਜਿਹੜੀ ਹੈ ਤੱਥਾਂ 'ਚ ਆ ਗਈ ਹੈ ਜੀ। ਐਡੇ ਵੱਡੇ ਮੁਕਾਬਲੇ ਹੋਏ ਆ ਤੇ ਇਹ ਵੀ ਮੁਕਾਬਲਾ ਹੋ ਗਿਆ। ਇਹ ਮੁਕਾਬਲਾ ਨਹੀਂ ਹੋਇਆ, ਇਹ ਕਤਲ ਹੋ ਗਏ। ਕਤਲ ਕਿੱਥੇ ਹੋਏ? ਪੁਲਿਸ ਦੀ ਕਸਟਡੀ ਦੇ ਵਿੱਚ ਜੀ। ਕਤਲ ਪਹਿਲਾਂ ਵੀ ਹੁੰਦੇ ਆ, ਲੇਕਿਨ ਜਿੱਥੇ ਲੋਕਾਂ ਨੇ ਖਦਸ਼ਾ ਪ੍ਰਗਟ ਕੀਤਾ ਹੋਵੇ ਕਿ ਅਸੀਂ ਮਾਰੇ ਜਾਵਾਂਗੇ, ਹਾਈ ਕੋਰਟਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਪਹੁੰਚ ਕੀਤੀ ਤੇ ਉੱਥੇ ਉਹਨਾਂ ਨੂੰ ਸਟੇਟ ਬਚਾ ਨਾ ਸਕੀ ਜੀ। ਇਹ ਉਹਨਾਂ ਨੇ IPS ਅਫਸਰ ਸਾਹਿਬ ਨੇ ਰੱਖੇ। ਇੱਕ ਵਕੀਲ ਸਾਹਿਬ ਆ, ਉਹਨਾਂ ਨੇ ਪਟੀਸ਼ਨ ਪਾਤੀ। ਇਹ ਪਟੀਸ਼ਨਾਂ ਕੱਲ੍ਹ ਜਿਹੜੀਆਂ ਹੈਗੀਆਂ ਮੁੱਢਲੇ ਪੜਾਅ ਦੇ ਵਿੱਚ ਜਦੋਂ ਚੀਫ ਜਸਟਿਸ DY ਚੰਦਰਾਚੂੜ ਦੇ ਸਾਹਮਣੇ ਆਈਆਂ ਤੇ ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੇ ਸੁਣਵਾਈ ਕਰਾਂਗੇ, ਲੇਕਿਨ ਅਦਾਲਤਾਂ ਕੋਲ ਕੰਮ ਬਹੁਤ ਜ਼ਿਆਦਾ, ਸਾਡੇ ਕੋਲ ਅਜੇ ਵਕਤ ਹੈ ਨਹੀਂਗਾ ਤੇ ਹੁਣ 24 ਤਾਰੀਖ ਨੂੰ ਇਸ 'ਤੇ ਸੁਣਵਾਈ ਹੋਣੀ ਹੈ ਜੀ। ਨੋਟਿਸ ਜਾਰੀ ਕਰਤਾ ਸਟੇਟ ਨੂੰ ਕਿ ਆਓ ਭਾਈ ਤੁਸੀਂ ਆ ਕੇ ਆਪਣਾ ਪੱਖ ਰੱਖੋ। ਆਪਣਾ ਪੱਖ ਰੱਖਣਗੇ ਤੇ ਉਹ ਤੋਂ ਬਾਅਦ ਫਿਰ ਉੱਤੇ ਸੁਣਵਾਈ ਹੋਊਗੀ। ਵੇਖਦੇ ਹਾਂ ਸੁਣਵਾਈ ਦੇ ਵਿੱਚ ਕੀ ਨਿਕਲਦਾ ਹੈ। ਜੀ ਦਲਵੀਰ ਜੀ। ਢਿੱਲੋਂ ਸਾਹਿਬ, ਅਤੀਕ ਦੀ ਗੁਪਤ ਚਿੱਠੀ ਜਿਹੜੀ ਹੈਗੀ ਆ ਚੀਫ ਜਸਟਿਸ ਤੇ ਯੋਗੀ ਆਦਿੱਤਿਆਨਾਥ ਨੂੰ ਵੀ ਭੇਜੀ ਗਈ ਹੈ, ਇਹ ਵੀ ਮਿਲਦਾ ਜੁਲਦਾ ਹੀ ਮਾਮਲਾ ਤੇ ਇਹਦੇ ਵਿੱਚ ਵੀ ਕੋਈ? ਬਿਲਕੁਲ। ਅਤੀਕ ਦੀ ਜਿਹੜੀ ਚਿੱਠੀ ਹੈ ਉਹ ਅਸਲ ਦੇ ਵਿੱਚ ਅਤੀਕ ਨੇ ਜਦੋਂ ਉਹਨੂੰ ਇਹ ਪਤਾ ਲੱਗ ਗਿਆ ਕਿ ਮੇਰੀ ਜਾਨ ਨੂੰ ਖਤਰਾ ਹੈ ਜੀ, ਤੇ ਸ਼ਾਇਦ ਇੰਟੈਰੋਗੇਸ਼ਨ ਦੇ ਦੌਰਾਨ ਜਾਂ ਕਿਸੇ ਵੀ ਹਿਸਾਬ 'ਚ ਕਿਸੇ ਸੀਨੀਅਰ ਪੁਲਿਸ ਅਫਸਰ ਨੇ ਉਹਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਛੱਡਣਾ ਨਹੀਂ ਜੀ। ਉਹਨੇ ਉਹ ਸਾਰੀ ਚੀਜ਼ ਜਿਹੜੀ ਹੈਗੀ ਹੈ ਲਿਖਤੀ ਰੂਪ ਦੇ ਵਿੱਚ ਆਪਣੇ ਕਿਸੇ ਵਿਸ਼ਵਾਸ ਪਾਤਰ ਨੂੰ ਦੇ ਦਿੱਤੀ ਜੀ ਕਿ ਆਹ ਚੀਜ਼ ਆ, ਅਗਰ ਮੇਰਾ ਕੁਛ ਇਹੋ ਜਿਹਾ ਮਾਮਲਾ ਹੋਇਆ ਤਾਂ ਇਹ ਚਿੱਠੀ ਤੁਸੀਂ ਨਾਲ ਦੀ ਨਾਲ ਹੀ ਯੂਪੀ ਦੇ ਮੁੱਖ ਮੰਤਰੀ ਨੂੰ ਵੀ ਭੇਜ ਦਿਓ ਤੇ ਇਹਦੇ ਨਾਲ ਦੀ ਨਾਲ ਹੀ ਚੀਫ ਜਿਹੜੀ ਹੈ ਸੁਪਰੀਮ ਕੋਰਟ ਨੂੰ ਵੀ ਭੇਜ ਦਿਓ ਤਾਂ ਕਿ ਇਹਦੇ 'ਤੇ ਪੜਤਾਲ ਹੋਵੇ ਜੀ।
ਹੁਣ ਜਿਹੜੇ ਉਹਨਾਂ ਦੇ ਵਕੀਲ ਸਾਹਿਬ ਹੈਗੇ, ਉਹ ਵਕੀਲ ਸਾਹਿਬ ਮੀਡੀਆ ਦੇ ਸਾਹਮਣੇ ਆਏ ਆ। ਵੈਸੇ ਵਕੀਲ ਸਾਹਿਬ ਵੀ ਜਿਹੜੇ ਹੈਗੇ, ਕੱਲ੍ਹ ਵਕੀਲ ਸਾਹਿਬ ਦੇ ਘਰ ਕੋਲੇ ਵੀ ਇੱਕ ਬੰਬ ਧਮਾਕਾ ਹੋਇਆ। ਬਿਲਕੁਲ ਜੀ। ਜਿਹੜਾ ਉਹ ਬੰਬ ਧਮਾਕਾ ਹੋਇਆ ਤੇ ਉਹਦੇ ਬਾਵਜੂਦ ਵੀ ਮੈਂ ਕਹਿੰਦਾ ਵੀ ਅਫਰੀਨ ਇਹੋ ਜਿਹੇ ਵਕੀਲ ਦੇ ਕਿ ਜਦੋਂ ਤੁਹਾਡਾ ਸਾਬਰਮਤੀ ਦੀ ਜੇਲ੍ਹ ਚੋਂ ਗੁਜਰਾਤ ਚੋਂ ਲੈ ਕੇ ਆਂਦਾ ਉਹਨਾਂ ਨੂੰ, ਅਤੀਕ ਹੋਰਾਂ ਨੂੰ ਜੀ, ਤੇ ਉਹ ਨਾਲ ਉਹਨਾਂ ਦੇ ਪਿੱਛਾ ਕਰਦਾ ਆਉਂਦਾ ਵਕੀਲ ਵੀ। ਵਕੀਲ ਨੂੰ ਇਹ ਰਾਈਟ ਦਿੱਤਾ ਹੋਇਆ ਸੀ ਅਦਾਲਤ ਨੇ ਕਿ ਉਹ ਨਿਗਰਾਨੀ ਰੱਖ ਸਕਦਾ ਹੈ ਜੀ। ਮੀਡੀਆ ਵਾਲੇ ਵੀ ਨਾਲ ਸੀਗੇ, ਉਹ ਸਾਰਾ ਕੁਝ ਕਰ ਸਕਦਾ। ਪਰ ਬੰਦਾ ਹੁਣ ਮੈਨੂੰ ਡਰਿਆ ਲੱਗਦਾ ਹੈ ਜੀ, ਕਿਉਂਕਿ ਜਦੋਂ ਘਰ ਦੇ ਸਾਹਮਣੇ ਇਸ ਤਰ੍ਹਾਂ ਹੋ ਜੇ, ਉਹ ਕਹਿੰਦਾ ਮੇਰੇ ਕੋਲੇ ਤਾਂ ਚਿੱਠੀ ਕੋਈ ਹੈ ਨਹੀਂ ਗੀ, ਪਰ ਮੈਨੂੰ ਪਤਾ ਲੱਗਿਆ ਕਿ ਕਿਸੇ ਵਿਸ਼ਵਾਸ ਪਾਤਰ ਨੂੰ ਨੇ ਆਪਣੀ ਉਹ ਚਿੱਠੀ ਦਿੱਤੀ ਸੀ ਤੇ ਉਹ ਚਿੱਠੀ ਪੈ ਗਈ। ਇਹ ਵਕੀਲ ਸਾਹਿਬ ਦੀ ਕਹਿਣ ਦੀ ਗੱਲ ਹੈ, ਡਿਫੈਂਸ ਦੀ ਗੱਲ ਹੁੰਦੀ ਹੈ ਵੀ ਕੱਲ੍ਹ ਨੂੰ ਕੋਈ ਮੇਰੇ ਤੇ ਹਮਲਾ ਨਾ ਕਰ ਦੇ, ਕਿਉਂਕਿ ਜਿਹੜੇ ਹਮਲੇ ਹੋਏ ਵੀ ਹੈ, ਜਿਹੜੇ 2 ਬੰਦੇ 3 ਬੰਦੇ ਆਏ ਹੈ, ਇਹ ਤਾਂ ਹੈ ਨਹੀਂ ਕਿ ਇਹ ਸਧਾਰਨ ਬੰਦੇ। ਇਹ ਕਹਿੰਦੇ 3 ਬੰਦੇ ਇੱਕ ਦੂਜੇ ਨੂੰ ਜਾਣਦੇ ਨਹੀਂ ਜੀ। ਜੇ ਇੱਕ ਦੂਜੇ ਨੂੰ 3 ਬੰਦੇ ਜਾਣਦੇ ਨਹੀਂ ਤੇ ਉਹਨਾਂ ਦੇ ਜਿਹੜਾ ਉਹਨਾਂ ਦੇ ਪਰਿਵਾਰਕ ਮੈਂਬਰ ਕਹਿੰਦੇ ਤਾਂ ਲਫੰਡੇ ਬੰਦੇ ਹੈ ਜੀ। ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਛ ਕੀਤਾ, ਘਰਾਂ ਚੋਂ ਇਹ ਨਿਕਲੇ ਹੋਏ ਹੈ। ਉਹਨਾਂ ਬੰਦਿਆਂ ਨੂੰ 3 ਨੂੰ ਇਕੱਠਿਆਂ ਕਿਹਨੇ ਕੀਤਾ? ਪੈਸੇ ਕਿਹਨੇ ਖਰਚੇ? ਪੈਸੇ ਜਿਹੜੇ ਖਰਚੇ, ਜਿਹੜੇ ਜਗਾਨਾ ਪਿਸਟਲ ਹੈ ਉਹਨਾਂ ਦੇ ਕੋਲੇ, ਉਹ 7-7 ਲੱਖ ਰੁਪਏ ਦੇ ਪਿਸਟਲ ਹੈ ਜੀ। ਇੰਡੀਆ ਦੇ ਵਿੱਚ ਉਹ ਪਿਸਟਲ ਬੈਨ ਕੀਤੇ ਹੋਏ, 15 ਗੋਲੀਆਂ ਉਹਦੇ ਚੋਂ ਨਿਕਲਦੀਆਂ, ਬਰਸਟ ਮਾਰਦਾ ਉਹ। ਤੇ ਟਿਕ ਕਰਕੇ ਤੁਸੀਂ ਦੇਖੋ ਵੀ ਕਿਸ ਸਮੇਂ ਜਿਵੇਂ ਅਸਾਲਟ ਚੱਲਦੀ ਹੁੰਦੀ ਹੈ ਇਸ ਤਰ੍ਹਾਂ ਉਹ ਬੰਦੇ, ਜਾਂ ਮਸ਼ੀਨ ਗਨ ਚੱਲਦੀ ਹੁੰਦੀ ਹੈ ਇਸ ਤਰ੍ਹਾਂ ਉਹ ਬੰਦੇ ਉਹਨਾਂ ਨੂੰ ਮਾਰ ਰਹੇ ਹੈ ਜੀ। ਜੇ ਉਹਨਾਂ ਦੇ ਕੋਲੇ 3 ਬੰਦਿਆਂ ਕੋਲ 21 ਲੱਖ ਦੇ ਪਿਸਤੌਲ ਕਿੱਥੋਂ ਆ ਗਏ? ਇੱਕ ਗੱਲ, ਬਗੈਰ ਇਕੱਠੇ ਕੀਤਿਆਂ ਤੋਂ 3 ਬੰਦੇ ਇਕੱਠੇ ਨਹੀਂ ਹੋ ਸਕਦੇ। ਬਗੈਰ ਕਿਸੇ ਸ਼ਹਿ ਤੋਂ ਉਹ ਬੰਦੇ ਜਿਹੜੇ ਹੈਗੇ ਟ੍ਰੇਨਡ ਪੂਰੀ ਤਰ੍ਹਾਂ ਕੀਤੇ ਸੀ ਕਿ ਤੁਸੀਂ ਗੋਲੀਆਂ ਤੋਂ ਬਚਣਾ ਕਿਵੇਂ। ਤੁਸੀਂ ਹੁਣ ਇਹ ਦੇਖੋ ਕਿ ਉਹ ਲੋਕ ਜਿਹੜੇ ਹੈ, ਜਿਹੜੇ ਉਹਨਾਂ ਦੇ ਨਾਲ ਜਿਹੜੇ ਪੁਲਿਸ ਵਾਲੇ ਗਏ ਸੀ, ਜਦੋਂ ਉਹਨਾਂ ਤੇ ਗੋਲੀਆਂ ਚਲਾਈਆਂ, ਪੁਲਿਸ ਵਾਲਿਆਂ ਨੇ ਗੋਲੀ ਚਲਾਉਣੀ ਤਾਂ ਵੱਖਰੀ ਗੱਲ ਹੈ, ਤੁਸੀਂ ਵੀਡੀਓ ਤੁਹਾਡੇ ਸਾਹਮਣੇ ਪਈਆਂ, ਕਿਤੇ ਤੁਹਾਨੂੰ ਲੱਗਦਾ ਕਿਸੇ ਪੁਲਿਸ ਵਾਲੇ ਨੇ ਆਪਦੇ ਪਿਸਤੌਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਹੋਵੇ ਜਾਂ ਕਿਸੇ ਨੇ ਆਪਣੀ ਰਾਈਫਲ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਉਹ ਤਾਂ ਭੱਜ ਪਏ ਸੀ ਜੀ। ਬਿਲਕੁਲ। ਉਹਨਾਂ ਬੰਦਿਆਂ ਨੇ ਗੋਲੀਆਂ ਮਾਰੀਆਂ, ਗੋਲੀਆਂ ਮਾਰਨ ਤੋਂ ਬਾਅਦ ਨਾਲ ਦੀ ਨਾਲ ਹੀ ਉਹਨਾਂ ਨੇ ਕਹਿਤਾ ਸਰੈਂਡਰ ਸਰੈਂਡਰ, ਤੇ ਨਾਲ ਹੀ ਫਿਰ ਨਾਅਰੇ ਲਾਉਣੇ ਸ਼ੁਰੂ ਕਰਤੇ, ਜੈ ਸ਼੍ਰੀ ਰਾਮ। ਇਹ ਜੈ ਸ਼੍ਰੀ ਰਾਮ ਦੇ ਜੋ ਨਾਅਰੇ ਲੱਗਣ ਲੱਗੇ ਤੇ ਪੁਲਿਸ ਬਿਲਕੁਲ ਹੀ ਪਸਤਮਤ ਹੋ ਗਈ ਕਿ ਜੈ ਸ਼੍ਰੀ ਰਾਮ ਦੇ ਨਾਅਰੇ ਤਾਂ ਜਿਹੜੇ ਇੱਕ ਖਾਸ ਨਾਅਰੇ ਹੈ, ਇਹ ਨਾਅਰੇ ਆਉਂਦੇ ਕਿੱਥੋਂ ਤੇ ਕਿਹਨਾਂ ਵੱਲੋਂ ਲਾਏ ਜਾਂਦੇ ਹੈ। ਤੇ ਫਿਰ ਉਹਨਾਂ ਨੂੰ ਹੋ ਗਿਆ ਵੀ ਕਿਤੇ ਇਹ ਨਾ ਹੋਵੇ ਕਿ ਆਪਣੇ ਵਾਲੇ ਪਾਸੇ ਕੁਝ ਹੋ ਜੇ ਜੀ। ਉਹਨਾਂ ਨੇ ਫਿਰ ਉਹਨਾਂ ਨੂੰ ਇਉਂ ਫੜਿਆ ਜਿਵੇਂ ਕੋਈ 60 ਫੀਟ ਵੀ ਨਾ ਲੱਗ ਜੇ, ਬੜੇ ਬੋਚ ਕੇ ਜਿਵੇਂ ਆਪਾਂ ਫੜਦੇ ਉਹਨਾਂ ਨੂੰ ਬੋਚ ਕੇ ਲੈਂਦਾ। ਇਹੀ ਚੀਜ਼ ਹੈ ਕਿ ਉਹ ਬੰਦਾ ਕੌਣ ਹੈ ਜੀ, ਜਿਸ ਬੰਦੇ ਨੇ ਚਿੱਠੀ ਲਿਖੀ ਹੈ। ਪਰ ਅੱਜ ਕੁਝ ਮੈਂ ਵੈਬ ਚੈਨਲਾਂ ਦੇ ਉੱਤੇ ਦੇਖ ਰਿਹਾ ਸੀ, ਇਹ ਪਤਾ ਲੱਗਿਆ ਕਿ ਉਹ ਕੋਈ ਸੀਨੀਅਰ ਪੁਲਿਸ ਅਫਸਰ ਹੈ ਜੀ। ਤੇ ਜੇ ਸੀਨੀਅਰ ਪੁਲਿਸ ਅਫਸਰ ਇਹ ਗੱਲ ਕਰਦਾ ਹੈ ਤਾਂ ਫਿਰ ਤੁਸੀਂ ਦੇਖੋ ਗੱਲ ਦੂਰ ਜਾਂਦੀ ਹੈ, ਕਿਉਂਕਿ ਜਦੋਂ ਉਮੇਸ਼ਪਾਲ ਦਾ ਕਤਲ ਹੁੰਦਾ, ਉਮੇਸ਼ਪਾਲ ਦਾ ਕਤਲ ਵੀ ਕੋਈ ਬਹੁਤਾ ਦੂਰ ਨਹੀਂ ਹੋਈ ਜੀ। ਆ ਮੇਰਾ ਖਿਆਲ ਹੈ ਥੋੜਾ ਸਮਾਂ ਪਹਿਲਾਂ ਹੀ ਹੋਈ ਸੀ, ਸ਼ਾਇਦ ਫਰਵਰੀ ਮਹੀਨੇ 'ਚ ਹੀ ਹੋਇਆ। ਜੋਗੀ ਸਾਹਿਬ ਨੇ, ਜਿਹੜੇ ਮੁੱਖ ਮੰਤਰੀ ਹੈ, ਉਹਨਾਂ ਨੇ ਯੂਪੀ ਦੀ ਵਿਧਾਨ ਸਭਾ ਦੇ ਵਿੱਚ ਇੱਕ ਗੱਲ ਕਹੀ ਸੀ ਕਿ ਉਮੇਸ਼ਪਾਲ ਦੇ ਕਾਤਲਾਂ ਨੂੰ, ਖਾਸ ਕਰਕੇ ਅਤੀਕ ਹੋਰਾਂ ਦਾ ਕਰਕੇ, ਇਹਨਾਂ ਨੂੰ ਮਿੱਟੀ 'ਚ ਮਿਲਾ ਦਿਆਂਗੇ। ਤੇ ਹੁਣ ਮੈਂ ਉਹਨਾਂ ਦੀ ਇੱਕ ਇੰਟਰਵਿਊ ਸੁਣ ਰਿਹਾ ਸੀ, ਉਹਨਾਂ ਨੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਗੱਲ ਕੀਤੀ, ਇੰਟਰਵਿਊ ਜਦੋਂ ਕਸਟਡੀ 'ਚ ਸੀ, ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਕੀ ਕਹਿਣਾ ਚਾਹੁੰਦੇ ਹੋ। ਇਸ ਵੇਲੇ ਤੁਸੀਂ ਦੇਖੋ ਕਿ ਜਿਹੜੇ ਅਤੀਕ ਹੋਰਾਂ ਦੇ ਹੈ, ਇੱਕ ਮੁੰਡਾ ਮਾਰਿਆ ਗਿਆ, ਦੋਨੋਂ ਭਰਾ ਮਾਰੇ ਗਏ। ਅਤੀਕ ਦੇ 5 ਮੁੰਡੇ ਹੈ, 4 ਮੁੰਡੇ ਉਹਦੇ ਜਿਹੜੇ ਹੈਗੇ ਆ ਜੇਲ੍ਹਾਂ 'ਚ ਹੈ ਜੀ। 2 ਮੁੰਡੇ ਵੱਖ-ਵੱਖ ਕੇਸਾਂ ਦੇ ਵਿੱਚ ਜੇਲ੍ਹਾਂ 'ਚ ਹੈ, 2 ਛੋਟੇ ਬੱਚੇ ਹੈ ਜਿਹੜੇ ਜੀ, ਉਹਨਾਂ ਨੂੰ ਸੁਧਾਰ ਘਰ ਦੇ ਵਿੱਚ ਰੱਖਿਆ ਹੈ ਜੀ। ਅਤੀਕ ਦੀ ਜਿਹੜੀ ਵਾਈਫ ਹੈ ਉਹ ਜਿਹੜੀ ਹੈਗੀ ਹੈ ਲਾਪਤਾ ਹੈ, ਅੰਡਰਗਰਾਊਂਡ ਹੋ ਗਈ। ਕਿਹਦੇ ਕੋਲੇ ਹੈ ਕਿਹਦੇ ਕੋਲੇ ਨਹੀਂ ਇਹ ਪਤਾ ਨਹੀਂ, ਮਤਲਬ ਘਰ-ਬਾਰ ਛੱਡ ਕੇ ਸਾਰਾ ਕੁਝ ਹੋ ਗਿਆ। ਇਹਦੇ ਤੇ ਹੁਣ ਤੁਸੀਂ ਦੇਖੋ ਕਿ ਜਦੋਂ ਇਸ ਕਿਸਮ ਦੇ ਹਾਲਾਤ ਪੈਦਾ ਹੋ ਜਾਣ ਤੇ ਅਤੀਕ ਨੂੰ ਜਦੋਂ ਇੰਟਰਵਿਊ 'ਚ ਪੁੱਛਿਆ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਉਹਨੇ ਕਿਹਾ ਕਿ ਮਿੱਟੀ 'ਚ ਤਾਂ ਅਸੀਂ ਰੁਲ ਗਏ, ਸਾਨੂੰ ਮਿੱਟੀ 'ਚ ਮਿਲਾਉਣ ਦੀ ਗੱਲ ਕਹੀ ਸੀਗੀ, ਅਸੀਂ ਮਿੱਟੀ 'ਚ ਤਾਂ ਮਿਲ ਹੀ ਗਏ, ਲੇਕਿਨ ਘੱਟੋ ਘੱਟ ਸਾਡੀਆਂ ਔਰਤਾਂ ਦਾ ਖਿਆਲ ਤਾਂ ਰੱਖਿਆ ਜਾਵੇ। ਹਾਲਾਂਕਿ ਇੱਕ ਔਰਤਾਂ ਦਾ ਖਿਆਲ ਕਦੇ ਉਹਨਾਂ ਨੇ ਵੀ ਨਹੀਂ ਰੱਖਿਆ ਜੀ। ਜਦੋਂ ਬੰਦਾ ਬਦਮਾਸ਼ੀ 'ਚ ਪੈਂਦਾ, ਗੈਂਗਸਟਰ ਬਣਦਾ ਹੈ, ਬੰਦਾ ਅਪਰਾਧੀ ਬਣਦਾ ਹੈ, ਉਹਦੇ ਸਾਹਮਣੇ ਮਰਦ ਤੇ ਔਰਤ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਜੀ। ਬਿਲਕੁਲ। ਉਹ ਸਾਰੇ ਕਿਸਮ ਦਾ ਗੱਲ ਕਰਦਾ, ਲੇਕਿਨ ਉਹਦੇ ਨਾਲ ਇਹ ਕੁਛ ਕੀਤੀ। ਹੁਣ ਉਹ ਜਿਹੜੀ ਚਿੱਠੀ ਹੈ, ਉਹ ਚਿੱਠੀ ਮੈਨੂੰ ਤਾਂ ਨਹੀਂ ਲੱਗਦੀ ਵੀ ਜੋਗੀ ਸਾਹਿਬ ਉਹ ਚਿੱਠੀ 'ਤੇ ਕੋਈ ਐਕਸ਼ਨ ਲੈਣਗੇ ਜਾਂ ਨਾ ਲੈਣਗੇ, ਲੇਕਿਨ ਸੁਪਰੀਮ ਕੋਰਟ ਦੇ ਕੋਲੇ ਜੇ ਉਹ ਚਿੱਠੀ ਪਹੁੰਚ ਗਈ ਤਾਂ ਫਿਰ ਉਹਦੇ 'ਤੇ ਸ਼ਾਇਦ 24 ਤੱਕ ਪਹੁੰਚ ਜੇ। ਉਹ ਚਿੱਠੀ ਵੀ ਇੱਕ ਪਟੀਸ਼ਨ ਬਣ ਸਕਦੀ ਹੈ, ਔਰ ਉਹ ਚਿੱਠੀ ਜਿਹੜੀ ਹੈਗੀ ਹੈ ਬਹੁਤ ਵੱਡੀ ਗੱਲ ਬਣ ਸਕਦੀ ਹੈ। ਹੁਣ ਇਹ ਕਹਿੰਦੇ ਆ ਕਿ ਹੁਣ ਛੋਟੇ ਲੈਵਲ ਦੇ ਜਿਹੜੇ ਅੱਜ ਖਬਰ ਅੱਜ ਹੀ ਆਉਣੀ ਆ ਰਹੀ ਹੈ ਕਿ 5 ਬੰਦੇ ਹੋਰ ਸਸਪੈਂਡ ਕਰਤੇ। ਇਹ ਛੋਟੇ ਲੈਵਲ ਦੇ ਬੰਦੇ ਸਸਪੈਂਡ ਹੁੰਦੇ ਆ, ਵੱਡੇ ਕਿਉਂ ਨਹੀਂ ਹੁੰਦੇ? ਜਿਨ੍ਹਾਂ ਨੇ ਅੰਡਰਟੇਕਿੰਗ ਦਿੱਤੀ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੀ। ਨਾਲੇ ਦੂਜੀ ਗੱਲ ਹੈ ਦਲਵੀਰ ਜੀ, ਸਸਪੈਂਸ਼ਨ ਦਾ ਕੋਈ ਸਜ਼ਾ ਹੀ ਹੈ ਨਹੀਂ। ਸਸਪੈਂਸ਼ਨ ਤਾਂ ਅੱਜ ਤੁਸੀਂ ਸਸਪੈਂਡ ਕਰਤਾ, 4 ਦਿਨਾਂ ਨੂੰ ਬਹਾਲ ਕਰ ਦਿਓਗੇ। ਬੜੇ ਆਪਾਂ ਦੇਖਦੇ ਹਾਂ ਪੁਲਿਸ ਦਾ ਹੁੰਦਾ ਕੀ ਹੈ, ਆਮ ਤੌਰ 'ਤੇ ਅਸੀਂ ਇਹ ਦੇਖਦੇ ਹੁੰਦੇ ਕਿ ਜਦੋਂ ਪੁਲਿਸ ਦੇ ਸੀਨੀਅਰ ਅਫਸਰਾਂ ਨਾਲ ਗੱਲਾਂ ਬਾਤਾਂ ਹੁੰਦੀਆਂ, ਉਹ ਕਹਿੰਦੇ ਵੀ ਜਿਹੜੇ ਬੰਦੇ ਸਾਡੇ ਧੱਕਾ ਕਰਦੇ ਹੈ। ਮੇਰੀ ਇੱਕ ਬੜੇ ਸੀਨੀਅਰ ਬੰਦੇ ਨਾਲ ਗੱਲ ਹੋਈ, ਮੈਂ ਕਿਹਾ ਵੀ ਕੀ ਗੱਲ ਚੱਲਦਾ ਤੁਹਾਡਾ, ਵੀ ਤੁਹਾਡੇ ਬੰਦੇ ਇਸ ਤਰ੍ਹਾਂ ਜਲੀਲ ਕਰਦੇ? ਉਹ ਕਹਿੰਦੇ ਸਾਡੀ ਮਰਜ਼ੀ ਤੋਂ ਬਗੈਰ ਥੋੜ੍ਹਾ ਕਰਦੇ,
ਜੇ ਅਸੀਂ ਕਿਸੇ ਭਲੇ ਮਾਨਸ ਬੰਦੇ ਦੀ ਬੇਇੱਜ਼ਤੀ ਕਰਵਾਉਣੇ ਤਾਂ ਸਾਡਾ ਇਸ਼ਾਰਾ ਹੁੰਦਾ ਕਿ ਬੇਇੱਜ਼ਤੀ ਕਰ ਦਿਓ। ਜੀ ਉਹ ਬੇਇੱਜ਼ਤੀ ਕਰਦੀ ਹੈ, ਬੰਦੇ ਦੇ ਛਿੱਤਰ ਮਾਰਤੇ, ਉਹਦੀ ਜਿਹੜੀ ਹੈ 4 ਬੰਦਿਆਂ ਦੇ ਵਿੱਚ ਉਹਨੂੰ ਊਲ ਜਲੂਲ ਬੋਲਤਾ, ਤੇ ਫਿਰ ਉਹ ਕਹਿੰਦੇ ਸਾਡੇ ਕੋਲੇ ਆ ਜਾਂਦੇ। ਅਸੀਂ ਕਹਿੰਦੇ ਹਾਂਜੀ ਆਓ, ਅਸੀਂ ਕਹਿੰਦਾ ਬੀਬੇ ਬਣੇ ਹੁੰਦੇ ਆ। ਉਹ ਕਹਿੰਦੇ ਜੀ ਸਾਡੀ ਆਹ ਕੰਪਲੇਂਟ ਆ। ਅਸੀਂ ਕਹਿੰਦੇ ਲਿਆਓ ਕੰਪਲੇਂਟ, ਲਿਆਓ ਜੀ, ਦੱਸੋ ਕੀ ਹੈ। ਆਮ ਤੌਰ 'ਤੇ ਲੋਕਾਂ ਨੂੰ ਵੀ ਨਹੀਂ ਪਤਾ, ਕੋਈ ਨਹੀਂ ਇਹ ਕਹਿੰਦਾ ਹੁੰਦਾ ਕਿ ਉਹਦੇ ਖਿਲਾਫ ਕੇਸ ਦਰਜ ਕੀਤਾ ਹੋਵੇ। ਅਗਲਾ ਪਹਿਲੀ ਰਾਤ ਸੱਟੇ ਕਹਿੰਦਾ ਜੀ ਉਹਨੂੰ ਸਸਪੈਂਡ ਕਰ ਦਿਓ, ਕਹਿੰਦਾ ਕਰਤਾ। ਇੱਕ ਦਿਨ ਕਹਿੰਦਾ ਸਸਪੈਂਡ ਕਰ ਦਿੰਦੇ, 10 ਦਿਨਾਂ ਤੋਂ ਬਹਾਲ ਕਰਕੇ ਉਹਨੂੰ SHO ਲਾ ਦੇਣੀ, ਕਿਸੇ ਚੰਗੇ ਥਾਂ 'ਤੇ ਉਹ ਕਮਾਈ ਵੀ ਕਰੀ ਜਾਂਦੇ। ਸੋ ਇਹ ਗੱਲ ਜਿਹੜੀ ਹੈਗੀ ਆ, ਇਹ ਕਾਰਵਾਈ ਜਿਹੜੀ ਹੈਗੀ ਵੱਡੇ ਲੋਕਾਂ ਤੋਂ ਬਗੈਰ ਨਹੀਂ ਹੁੰਦੀ। ਵੇਖਦੇ ਹਾਂ ਇਹਦੇ 'ਤੇ ਹੁਣ ਕੀ ਕਰਦੀ ਹੈ ਮਾਣਯੋਗ ਸੁਪਰੀਮ ਕੋਰਟ ਦੇ ਵਿੱਚ ਹੁਣ ਇਹ ਮਾਮਲਾ ਪਹੁੰਚ ਹੀ ਗਿਆ, ਸੁਣਵਾਈ ਹੋਣਾ ਹੈ। ਪਰ ਗੱਲ ਇਹ ਕਿ ਭਾਰਤ ਦੇ ਵਿੱਚ ਜਿਹੜਾ ਇਹ ਚੱਲ ਪਿਆ ਨਾ ਕਿ ਬੰਦਿਆਂ ਨੂੰ ਤੁਸੀਂ ਇਸ ਤਰ੍ਹਾਂ ਖਤਮ ਕਰ ਦਿਓ, ਮੈਂ ਤੁਹਾਨੂੰ ਮਿਸਾਲ ਦੇਣੀ ਚਾਹੂੰਗਾ ਜੀ। ਇਹ ਸਾਰਾ ਕੁਝ ਜਿਹੜਾ ਹੈਗਾ 2014 ਤੋਂ ਬਾਅਦ ਹੀ ਹੋਣਾ ਸ਼ੁਰੂ ਹੋਇਆ ਜੀ। ਭਾਰਤ ਦੇ ਵਿੱਚ ਬਹੁਤ ਵੱਡੇ ਵੱਡੇ ਲੋਕ ਮਾਰੇ ਗਏ, ਮੁਕਾਬਲੇ 'ਚ ਮਾਰੇ ਗਏ, ਅਪਰਾਧੀ ਵੀ ਮਾਰੇ ਗਏ, ਲੇਕਿਨ ਜਦੋਂ ਬਹੁਤ ਵੱਡੇ ਵੱਡੇ ਕਤਲ ਹੋਏ ਹੈ, ਉਹਨਾਂ ਕਤਲਾਂ ਦੇ ਵਿੱਚ ਕਦੇ ਜਿਹੜੇ ਹੈਗੇ ਇਸ ਤਰ੍ਹਾਂ ਲੋਕਾਂ ਨੂੰ ਮਾਰਿਆ ਨਹੀਂ ਗਿਆ ਸੀ। ਮਿਸਾਲ ਦੇ ਤੌਰ 'ਤੇ ਇੰਦਰਾ ਗਾਂਧੀ ਦਾ ਕਤਲ ਹੋਇਆ ਜੀ। ਪਾਰਾਮਿਲਟਰੀ ਫੋਰਸ ਦੇ ਜਿਹੜੇ ਬੰਦੇ ਸੀ ਉੱਥੇ ਜਿਹੜੇ ਸੀ, ਉਹਨਾਂ ਨੇ ਨਾਲ ਦੀ ਨਾਲ ਫਾਇਰਿੰਗ ਕਰਤੀ। ਬੇਅੰਤ ਸਿੰਘ ਮਰ ਗਿਆ ਸੀ, ਸਤਵੰਤ ਸਿੰਘ ਬਚ ਗਿਆ ਸੀ। ਜੀ। ਚਾਹੁੰਦੇ ਤਾਂ ਸਤਵੰਤ ਸਿੰਘ ਨੂੰ ਵੀ ਮਾਰਿਆ ਜਾ ਸਕਦਾ ਸੀ ਜੀ, ਲੇਕਿਨ ਉਹਨੂੰ ਬਚਾਇਆ ਗਿਆ। ਸਤਵੰਤ ਸਿੰਘ ਤੇ ਜਿਹੜੇ ਹੋਰ ਲੋਕ ਸੀ ਉਹਨਾਂ ਤੇ ਬਕਾਇਦਾ ਮੁਕੱਦਮਾ ਚੱਲਿਆ ਜੀ। ਔਰ ਮੁਕੱਦਮਾ ਚੱਲਣ ਤੋਂ ਬਾਅਦ ਉਹਨਾਂ ਨੂੰ ਫਾਂਸੀ ਬਾਅਦ ਦੇ ਵਿੱਚ ਅਦਾਲਤ ਰਾਹੀਂ ਮਿਲੀ। ਕਾਨੂੰਨੀ ਪ੍ਰਕਿਰਿਆ ਤੇ ਹਾਂ, ਪਹਿਰਾ ਦੇਣ ਦੀ ਗੱਲ। ਇਹੀ ਚੀਜ਼ ਜਿਹੜੀ ਆ ਰਾਜੀਵ ਗਾਂਧੀ ਦੇ ਉੱਤੇ ਹਮਲਾ ਹੋਇਆ, ਸਾਬਕਾ ਪ੍ਰਧਾਨ ਮੰਤਰੀ ਸੀ, ਔਰ ਉਹਦੇ ਕੁਝ ਬੰਦੇ ਆਏ ਜਿਹੜੇ ਹਨ ਉਹਨਾਂ ਨੂੰ ਉਹਦਾ ਅੱਜ ਤੱਕ ਸਾਰੇ ਰਿਹਾ ਹੋ ਗਏ, ਕਾਨੂੰਨੀ ਪ੍ਰਕਿਰਿਆ ਰਾਹੀਂ ਕੀਤੀ ਸੀ। ਬੇਅੰਤ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ, ਸੈਕਟਰੀਏਟ ਦੇ ਸਾਹਮਣੇ ਜਿਹੜਾ ਹੈਗਾ ਉੱਥੇ ਬੰਬ ਧਮਾਕਾ ਹੋਇਆ, ਕਿੰਨੇ ਬੰਦੇ ਮਰ ਗਏ, ਪੁਲਿਸ ਵਾਲੇ ਵੀ ਮਰੇ, ਉਹਨਾਂ ਦੇ ਜਿਹੜੇ ਅੰਗ ਰੱਖਕ ਸੀ ਉਹ ਵੀ ਮਰੇ। ਲੇਕਿਨ ਬੇਅੰਤ ਸਿੰਘ ਦੇ ਕਿਸੇ ਕਾਤਲ ਨੂੰ ਕਿਸੇ ਨੇ ਮਾਰਿਆ, ਉਹਨਾਂ 'ਚ ਤਾਂ ਫਾਂਸੀ ਨਹੀਂ ਕਿਸੇ ਨੂੰ ਹੋਈ। ਇੱਕ ਬੰਦੇ ਨੂੰ ਫਾਂਸੀ ਹੋਈ ਸੀ ਇਕੱਲੀ, ਆਪਣੇ ਨੂੰ ਰਾਜੋਆਣਾ ਸਾਹਿਬ ਨੂੰ। ਜੀ। ਰਾਜੋਆਣਾ ਹੁਣ ਨੇ ਆਪ ਬਿਆਨ ਦਿੱਤਾ ਸੀ, ਦੋਵਾਂ ਨੂੰ ਸ਼ਾਇਦ ਮੇਰੇ ਖਿਆਲ ਹਵਾਰਾ ਸਾਹਿਬ ਤੇ ਤਾਰਾ ਸਾਹਿਬ ਉਹਨਾਂ ਨੂੰ ਵੀ ਹੋਈ ਸੀ। ਉਹਨਾਂ ਦੀ ਜਿਹੜੀ ਫਾਂਸੀ ਹੈ ਉਹ ਤੋੜ ਕੇ ਉਮਰ ਕੈਦ ਦੇ ਵਿੱਚ ਕਰਤੀ ਸੀ, ਤਬਦੀਲ ਕਰਤੀ ਸੀ। ਕਾਨੂੰਨ ਮੁਤਾਬਕ ਜੋ ਮਰਜ਼ੀ ਹੈ ਸਜ਼ਾ ਦੇ ਦਿਓ, ਪਰ ਜੇ ਕਾਨੂੰਨ ਤੁਸੀਂ ਆਪਣੇ ਹੱਥ ਲੈ ਕੇ ਗੋਲੀਆਂ ਇਸ ਤਰ੍ਹਾਂ ਮਾਰੋਗੇ ਤਾਂ ਦੇਸ਼ ਦਾ ਬਣੂਗਾ ਕੀ? ਇੱਕ ਬਹੁਤ ਵੱਡਾ ਸਵਾਲ ਹੈ ਔਰ ਇਹਦੇ 'ਤੇ ਅਦਾਲਤਾਂ ਨੂੰ ਹੁਣ ਇਹਦਾ ਨੋਟਿਸ ਲੈਣਾ ਚਾਹੀਦਾ ਹੈ, ਕਿਉਂਕਿ ਜੇ ਇੱਕ ਅੰਗ ਰਾਜ ਪ੍ਰਬੰਧ ਦਾ ਇੱਕ ਅੰਗ ਜਾਂ ਜਿਹਨੂੰ ਸਟੇਟ ਦਾ ਅਸੀਂ ਕਹਿੰਦੇ ਨੇ ਐਗਜ਼ੈਕਟਿਵ ਆਪਣੀ ਡਿਊਟੀ ਨਹੀਂ ਨਿਭਾਉਂਦੀ ਅਤੇ ਉਹਨਾਂ ਦੀ ਐਗਜ਼ੈਕਟਿਵ ਦੀ ਕਸਟਡੀ ਦੇ ਵਿੱਚ ਬੰਦੇ ਮਾਰੇ ਜਾਂਦੇ ਹੈ, ਤਾਂ ਫਿਰ ਜਿਹੜੀ ਹੈਗੀ ਜੁਡੀਸ਼ਰੀ ਦੀ ਡਿਊਟੀ ਬਣਦੀ ਹੈ ਕਿ ਉਹ ਇਹਦੇ 'ਤੇ ਪਹਿਰਾ ਦੇਵੇ, ਅਤੇ ਉਮੀਦ ਹੈ ਕਿ ਸਾਡੀ ਜੁਡੀਸ਼ਰੀ ਪਹਿਰਾ ਦੇਊਗੀ। ਜੀ ਜੀ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨਾਂ ਨੇ 4 ਘੰਟੇ ਰੇਲਾਂ ਰੋਕੀ ਰੱਖੀਆਂ। ਢਿੱਲੋਂ ਸਾਹਿਬ, ਕੀ ਹੈ ਜੀ ਪੂਰਾ ਮਾਮਲਾ? ਦੇਖੋ, ਗੱਲ ਇਹ ਹੈ ਕਿ ਕਿਸਾਨ ਤਪੇ ਪਏ ਹੈ। ਪਹਿਲੀ ਗੱਲ ਤਾਂ ਹੈ ਕਿ 1 ਸਾਲ ਤੋਂ ਉੱਪਰ ਕਿਸਾਨਾਂ ਦਾ ਮੋਰਚਾ ਲੱਗਿਆ ਸੀ ਕਾਲੇ ਕਾਨੂੰਨਾਂ ਦੇ ਖਿਲਾਫ। ਜੀ। ਕਾਲੇ ਕਾਨੂੰਨਾਂ ਦੀ ਕਿਸਾਨਾਂ ਦੇ ਚੇਤੇ ਵੀ ਨਹੀਂ ਸੀ ਕਿ ਕਾਲੇ ਕਾਨੂੰਨ ਆਉਣਗੇ। ਬੜੇ ਲੰਬੇ ਸਮੇਂ ਤੋਂ ਕਿਸਾਨ ਇਹ ਮੰਗ ਕਰਦੇ ਆ ਰਹੇ ਸੀ ਕਿ ਸਾਡੀ ਜਿਹੜੀ ਹੈਗੀ ਹੈ ਫਸਲ ਦਾ ਘੱਟੋ ਘੱਟ ਜਿਹੜਾ ਤੁਸੀਂ ਲਾਹੇਬੰਦ ਭਾਅ ਦਿਓ। ਜੀ। ਸਾਰੀਆਂ ਫਸਲਾਂ ਦਾ MSP ਦਿਓ, ਔਰ ਲਾਹੇਬੰਦ ਭਾਅ ਕੀ ਹੋਵੇ ਉਹਦੇ 'ਤੇ ਡਾਕਟਰ ਸਵਾਮੀਨਾਥਨ ਕਮਿਸ਼ਨ ਬਣਿਆ ਸੀ ਇੱਕ। ਉਸ ਕਮਿਸ਼ਨ ਦੀਆਂ ਜਿਹੜੀਆਂ ਸਿਫਾਰਸ਼ਾਂ ਸੀ ਉਹ ਕਹਿੰਦੇ ਵੀ ਇਹਨਾਂ ਸਿਫਾਰਸ਼ਾਂ ਨੂੰ ਲਾਗੂ ਕਰ ਦਿਓ, ਸਾਡੀ ਤਸੱਲੀ ਹੈ। ਜੀ। ਲੜਾਈ ਤਾਂ ਉਹਨਾਂ ਦੀ ਇਹ ਸੀ, ਲੇਕਿਨ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨ ਦਾ ਵੱਖਰੀ ਗੱਲ ਹੈ, ਸਿਫਾਰਸ਼ਾਂ 'ਤੇ ਅਮਲ ਕਰਨ ਦਾ ਵੱਖਰੀ ਗੱਲ ਹੈ। ਹਾਲਾਂਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਜਦੋਂ ਚੋਣਾਂ ਲੜੀਆਂ ਉਹਨਾਂ ਨੇ ਸਾਰਿਆਂ ਨੇ ਸਵਾਮੀਨਾਥਨ ਕਮਿਸ਼ਨ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ, ਉਹਦੀਆਂ ਸਿਫਾਰਸ਼ਾਂ ਨੂੰ। ਜੀ। ਪਰ ਹੋਇਆ ਇਹ ਕਿ ਮੋਦੀ ਸਾਹਿਬ ਲੈ ਆਏ ਤਨ ਕਾਲੇ ਕਾਨੂੰਨ, ਤੇ ਉਹਨਾਂ ਕਾਲੇ ਕਾਨੂੰਨਾਂ ਦਾ ਮਕਸਦ ਇਹ ਸੀ ਕਿ ਹੌਲੀ ਹੌਲੀ ਜਿਹੜਾ ਕਿਸਾਨਾਂ ਨੂੰ ਖੇਤੀਬਾੜੀ 'ਚੋਂ ਕੱਢ ਦਿੱਤਾ ਜਾਵੇ। ਜੀ। ਇਹਨਾਂ ਨੂੰ ਖੇਤੀਬਾੜੀ 'ਚੋਂ ਕੱਢ ਕੇ ਤੇ ਇਹਨਾਂ ਨੂੰ ਮਜ਼ਦੂਰਾਂ 'ਚ ਤਬਦੀਲ ਕਰ ਦਿੱਤਾ ਜਾਵੇ, ਤੇ ਸ਼ਹਿਰਾਂ ਦੇ ਵਿੱਚ ਆ ਕੇ ਇਹ ਜਿਹੜਾ ਡਿਵੈਲਪਮੈਂਟ ਦੇ ਵਿੱਚ ਜਿਹੜੇ ਇੱਕ ਮਜ਼ਦੂਰ ਬਣ ਕੇ ਕੰਮ ਕਰਨ, ਤੇ ਵੱਡੀਆਂ ਕੰਪਨੀਆਂ ਜਿਹੜੀਆਂ ਹੈਗੀਆਂ ਕਾਰਪੋਰੇਟ ਘਰਾਣੇ ਜਿਹੜੇ ਉਹ 10-10 15-15 ਹਜ਼ਾਰ ਦੇ ਬਣਾਉਣ ਫਾਰਮ ਉੱਥੇ ਕਰਨ। ਹੁਣ ਉਹ ਪਹਿਲਾਂ ਠੇਕਾ ਠੁੱਕਾ ਦੇ ਜਾਣਗੇ ਤੇ ਹੌਲੀ ਹੌਲੀ ਜਿਹੜਾ ਹੈਗਾ ਸਾਰਾ ਮਾਮਲਾ ਉਹਨਾਂ ਨੂੰ ਜ਼ਮੀਨਾਂ 'ਚੋਂ ਬੇਦਖਲ ਕਰ ਦਿੱਤਾ ਜਾਵੇ। ਜੀ। ਇਹਦੇ ਵਿਰੋਧ ਵਿੱਚ ਪੰਜਾਬ 'ਚੋਂ ਸ਼ੁਰੂ ਹੋਇਆ ਸੀ ਮੋਰਚਾ, ਅੰਦੋਲਨ ਸ਼ੁਰੂ ਹੋਇਆ ਸੀ। ਉਹ ਅੰਦੋਲਨ ਪਹੁੰਚ ਗਿਆ ਦਿੱਲੀ ਤੱਕ, ਤੇ ਉਸ ਅੰਦੋਲਨ ਨੇ ਫਿਰ ਇੰਨਾ ਆਪਣਾ ਰੰਗ ਦਿਖਾਇਆ ਕਿ ਉਸ ਅੰਦੋਲਨ ਦੀਆਂ ਗੱਲਾਂ ਦੁਨੀਆ ਛੋਣ ਲੱਗ ਗਈਆਂ। ਜੀ। ਅੱਜ ਉਸ ਅੰਦੋਲਨ ਦੇ ਉੱਤੇ ਮਤਲਬ ਜਿਹੜੇ ਹੈਗੇ ਲੋਕ ਰਿਸਰਚ ਕਰਨ ਲੱਗ ਗਏ। ਜੀ। ਜਿਹੜੇ ਵਿਦਵਾਨ ਲੋਕ ਹੈ ਕਿ ਕਿਸ ਕਿਸਮ ਦਾ ਅੰਦੋਲਨ ਸੀ, ਪਰ ਉਸ ਅੰਦੋਲਨ ਦੀ ਇੱਕ ਬਹੁਤ ਵੱਡੀ ਤੋਫਕੀ ਸੀ, ਇੱਕ ਕੁਆਲਿਟੀ ਸੀ, ਇੱਕ ਗੁਣ ਸੀ। ਉਹ ਗੁਣ ਇਹ ਸੀਗਾ ਕਿ ਜੇ ਮੋਰਚਾ ਪੀਸਫੁਲ ਰਹੂਗਾ ਤਾਂ ਜਿੱਤਾਂਗੇ। ਲੀਡਰ ਵਾਰ-ਵਾਰ ਇਹ ਕਹਿੰਦੇ ਹੁੰਦੇ ਸੀ, ਤੇ ਜੇ ਮੋਰਚਾ ਹਿੰਸਕ ਹੋ ਗਿਆ ਤੇ ਆਪਾਂ ਹਾਰਾਂਗੇ। ਜੀ। ਮੋਰਚਾ ਪੀਸਫੁਲ ਰਿਹਾ ਔਰ ਉਹਦਾ ਨਤੀਜਾ ਇਹ ਹੋਇਆ ਕਿ ਕਿਸਾਨ ਜਿੱਤ ਗਏ। ਹੁਣ ਆ ਗਿਆ ਜੀ ਆ ਬਾਰਿਸ਼ ਆ ਗਈ। ਜੀ। ਬਾਰਿਸ਼ ਦੇ ਆਉਣ ਨਾਲ ਕੁਛ ਜਿਹੜਾ ਹੈਗਾ ਗਰਮੀ ਬਹੁਤ ਜ਼ਿਆਦਾ ਪੈਣ ਲੱਗ ਗਈ, ਦਾਣੇ ਪਿਚਕ ਗਏ, ਕਣਕਾਂ ਡਿੱਗ ਪਈਆਂ।
ਜੀ ਇਹਦੇ ਵਿੱਚ ਇਹਨਾਂ ਨੇ ਕਿਹਾ ਜੀ ਕਣਕ ਅਸੀਂ ਚੁੱਕਾਂਗੇ, ਭਾਰਤ ਸਰਕਾਰ ਨੇ ਕਹਿਤਾ। ਨਾਲ ਉਹਨਾਂ ਨੇ ਗੱਲ ਕਹਿਤੀ ਵੀ ਜਿਹੜੀ ਕਣਕ ਚੁੱਕਾਂਗੇ, ਜਿਹੜੇ ਦਾਣੇ ਕੁਆਲਿਟੀ ਤੇ ਪੂਰੇ ਨਹੀਂ ਉਤਰਨਗੇ, ਉਹਨਾਂ ਦੀ ਜਿਹੜੀ ਹੈਗੀ ਹੈ ਕੀਮਤ 37 ਰੁਪਏ ਪਰ ਕੁਇੰਟਲ ਘੱਟ ਦੇਵਾਂਗੇ। ਜੀ ਹੁਣ ਕਿਸਾਨ ਤਾਂ ਪਹਿਲਾਂ ਖੁਦਕੁਸ਼ੀਆਂ ਕਰਦੇ ਹੈ, ਪਹਿਲਾਂ ਲੜਾਈ ਲੜਦੇ ਆ ਰਹੇ, ਉਹ ਕਹਿੰਦੇ ਜੀ ਸਾਨੂੰ ਨਹੀਂ ਇਹ ਬਰਦਾਸ਼ਤ, ਜੀ ਅਸੀਂ ਨਹੀਂ ਇਸ ਮਾਮਲੇ ਦੇ ਉੱਤੇ। ਕਿਸਾਨਾਂ ਨੇ ਇਹਦੇ ਤੇ ਕਿਹਾ, ਵਧੀਆ ਗੱਲ ਕੀਤੀ ਪੰਜਾਬ ਦੀ ਸਰਕਾਰ ਨੇ, ਭਗਵੰਤ ਮਾਨ ਹੋਰਾਂ ਨੇ ਕਹਿਤਾ ਕਿ ਨਹੀਂ ਅਸੀਂ ਤੁਹਾਨੂੰ ਪੈਸੇ ਪੂਰੇ ਦੇਵਾਂਗੇ, ਜੀ ਤੁਹਾਡੀ ਅਸੀਂ ਭਰਪਾਈ ਕਰਾਂਗੇ, ਅਸੀਂ ਪੈਸੇ ਆਪਦੇ ਕੋਲੋਂ ਦੇ ਦਿਆਂਗੇ, ਤੁਹਾਨੂੰ ਨਹੀਂ ਘੱਟ ਮਿਲਦੇ। ਪਰ ਕਿਸਾਨ ਤਾਂ ਕਿਸਾਨ ਹੈ, ਉਹ ਕਹਿੰਦੇ ਵੀ ਸਾਡੇ ਨਾਲ ਧੱਕਾ ਹੋਵੇ ਤਾਂ ਹੋਵੇ ਕਿਉਂ। ਜੀ ਵੈਸੇ ਸਰਕਾਰਾਂ ਦੀ ਡਿਊਟੀ ਬਣਦੀ ਹੈ ਕਿ ਜਿਵੇਂ ਬਾਕੀ ਚੀਜ਼ਾਂ ਦੇ ਉੱਤੇ ਇੰਸ਼ੋਰੈਂਸ ਹੈ, ਆਪਣੇ ਪੱਧਰ ਤੇ ਸਰਕਾਰੀ ਕੰਪਨੀ ਦੇ ਰਾਹੀਂ ਪ੍ਰਾਈਵੇਟ ਕੰਪਨੀਆਂ ਤੋਂ ਇੰਸ਼ੋਰੈਂਸ ਕਰਾਉਂਦੇ ਆ, ਲੋਕਾਂ ਤੋਂ ਪੈਸੇ ਲਈ ਜਾਂਦੇ ਆ, ਜੀ। ਜਦੋਂ ਦੇਣਾ ਹੁੰਦਾ ਉਦੋਂ ਪੱਤਰੇ ਵੱਜ ਜਾਂਦੇ, ਭੱਜ ਜਾਂਦੇ। ਆਪਾਂ ਬਹੁਤ ਸਾਰੇ ਮਾਮਲੇ 'ਚ ਦੇਖਿਆ, ਜਿਵੇਂ ਆਯੁਸ਼ਮਾਨ ਕਾਰਡ ਬਣਨ ਵਾਲੇ ਹੈ, ਜੀ ਜੀ ਜੋ ਸਰਕਾਰਾਂ ਤੋਂ ਪੈਸੇ ਲੈ ਲੈਂਦੇ, ਮੁੜ ਕੇ ਉੱਠ ਜਾਂਦੇ। ਇਵੇਂ ਜਿਵੇਂ ਜਿਹੜੀ ਹੈਗੀ ਹੈ ਪ੍ਰਾਈਵੇਟ ਕੰਪਨੀ ਦੀ ਬਜਾਏ ਸਰਕਾਰੀ ਪੱਧਰ ਦੇ ਉੱਤੇ ਜੇ ਇਹਨਾਂ ਦਾ ਇੰਸ਼ੋਰੈਂਸ ਵਗੈਰਾ ਹੋਵੇ, ਜੇ ਨੁਕਸਾਨ ਹੁੰਦਾ ਤਾਂ ਨੁਕਸਾਨ ਦੀ ਪੂਰਤੀ ਜੋ ਗੱਲ ਕਰਨੀ ਬਣਦੀ ਸੀ। ਪਰ ਜਿਹੜੀ ਕੱਟ ਲਾਈ ਹੈ ਉਹਨਾਂ ਨੇ 37 ਰੁਪਏ ਦੀ, ਇਹਦੇ ਖਿਲਾਫ ਫਿਰ ਕਿਸਾਨਾਂ ਨੇ ਜਿਹੜਾ ਹੈਗਾ ਅੰਦੋਲਨ ਸ਼ੁਰੂ ਕਰਤਾ। ਕੱਲ੍ਹ ਜਿਹੜਾ ਹੈਗਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਬਹੁਤ ਸਾਰੇ ਥਾਵਾਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਸਰਕਾਰ ਦੇ ਸੱਦੇ ਤੇ ਜੀ ਪੰਜਾਬ ਤੇ ਹਰਿਆਣੇ ਦੇ ਵਿੱਚ ਉਹਨਾਂ ਨੇ ਕੱਲ੍ਹ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੀਆਂ ਰੇਲਾਂ ਰੋਕੀਆਂ ਹੋਈਆਂ। ਜੀ ਚੁਣੌਤੀ ਦਿੱਤੀ ਉਹਨਾਂ ਨੇ ਕਿ ਬੰਦੇ ਦੇ ਪੁੱਤ ਬਣ ਜਾਓ, ਤੇ ਨਹੀਂ ਫਿਰ ਦੇਖੋ ਤੁਹਾਡੇ ਨਾਲ ਹੁੰਦਾ ਕੀ ਹੈ। ਵੈਸੇ ਗੱਲ ਇੱਕ ਇਹ ਹੈ ਕਿ ਹੁਣ ਇਸ ਵੇਲੇ ਬਾਈ ਇਲੈਕਸ਼ਨ ਵੀ ਹੋ ਰਹੀ ਹੈ ਜਲੰਧਰ ਦੀ, ਜੀ ਦਬਾਅ 'ਚ ਆ ਸਾਰੀਆਂ ਪੋਲੀਟੀਕਲ ਪਾਰਟੀਆਂ। ਚਲੋ ਆਪੋਜੀਸ਼ਨ ਨੇ ਤਾਂ ਰੌਲਾ ਪਾਉਣਾ ਹੀ ਪਾਉਣਾ ਹੈ ਕਿ ਅਸੀਂ ਇਹ ਕਰਾਂਗੇ। ਆਮ ਆਦਮੀ ਪਾਰਟੀ ਨੇ ਕਹਿਤਾ ਅਸੀਂ ਭਰਪਾਈ ਕਰ ਦਿਆਂਗੇ, ਜੀ। ਉਹਨਾਂ ਦੀ ਸਰਕਾਰ ਹੈ। ਕਾਂਗਰਸ ਵਾਲੇ ਸਾਰੇ ਮੰਗ ਕਰਦੇ ਹੈ, ਕਿਸਾਨ ਜਥੇਬੰਦੀਆਂ ਮੰਗ ਕਰਦੇ। ਹੁਣ ਬੀਜੇਪੀ ਵਾਲੇ ਪੰਜਾਬ ਦੇ ਜਿਹੜੇ ਆਗੂ ਉਹ ਵੀ ਕਹਿੰਦੇ ਜੀ ਅਸੀਂ ਕੇਂਦਰ ਨਾਲ ਗੱਲ ਕਰ ਰਹੇ ਹਾਂ, ਅਸੀਂ ਕਰਾਵਾਂਗੇ ਜੀ। ਕਿ ਇਹ ਜਿਹੜੀ ਹੈਗੀ ਇਹਨਾਂ ਨੂੰ ਧੱਕਾ ਨਾ ਹੋਵੇ, ਇਹਨਾਂ ਨੂੰ ਪੂਰਾ ਮਿਲੇ। ਦੇਖਦੇ ਹਾਂ ਕੀ ਬਣਦਾ ਹੈ ਜੀ। ਜੀ ਅੱਜ ਦੀਆਂ ਚਰਚਿਤ ਖਬਰਾਂ ਤੇ ਤੁਹਾਡੀ ਟਿੱਕਾ ਟਿੱਪਣੀ ਲਈ ਢਿੱਲੋਂ ਸਾਹਿਬ, ਰੇਡੀਓ ਪੰਜਾਬ ਟੁਡੇ ਦੀ ਸਮੁੱਚੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਦੋਸਤੋ, ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸ਼ਮਾਦਾਨ ਇੱਥੇ ਹੀ ਖਤਮ ਕਰਨ ਦੀ ਦਲਬੀਰ ਬਰਾੜ ਨੂੰ ਦਿਓ ਆਗਿਆ। ਸੁਣਦੇ ਰਹੋ ਰੇਡੀਓ ਪੰਜਾਬ ਟੁਡੇ ਦੇ ਬਾਕੀ ਰਹਿੰਦੇ ਪ੍ਰੋਗਰਾਮ। ਧੰਨਵਾਦ।